श्री वाहिगुरु साहिब जी। सूही महला पंजवा। गुणवंती जो दिसै गुर सिखड़ा, तिस निव निव लागा पाए जियो। आखा बिरथा जी की, गुर सज्जन देह मिलाए जियो। जो दिसै गुर सिखड़ा। वाहिगुरु जी का खालसा, वाहिगुरु जी की फतेह। कोट ब्रह्मंडां दे मालिक, जुगो जुगे अटल, शब्दा अवतार, दसां पातशाहियां दी आत्मक जोत, धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी, सुन सुन होवे परम गत मेरी। जलन बुझी शीतल होए मनुआ, सतगुर का दर्शन पाई जियो। सतगुरां दी पवित्र अमृत बाणी की कथा विचार व्याख्या सो सरवण करके राह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। सूही महला पंजवा। रागनी दे विच पंजवें ਸਰੂਪ धन धन सतगुरु श्री गुरु अर्जन देव जी महाराज ਇਹ ਪਵਿੱਤਰ ਪਾਵਨ शुभ उपदेश उच्चारण कर रहे हैं। गुणवंती गुणवंती ये गुरबाणी का सिरलेख है। गुणा वालियां उत्तम सखियां दी अवस्था दसदे होए सतगुरु नानक देव जी नूं गुरु स्वरूप करके कथन करते हैं। ਅਤੇ ਬਾਕੀ ਦੂਜੇ ਤੀਸਰੇ ਚੌਥੇ ਸਤਿਗੁਰਾਂ ਦੀ ਤਰ੍ਹਾਂ ਆਪਣੇ ਆਪ ਨੂੰ ਸਿੱਖ ਰੂਪ ਕਰਕੇ ਕਥਨ ਕਰਦੇ ਹਨ। ਜੋ ਦਿਸੈ ਗੁਰ ਸਿਖੜਾ। ਇਹ ਭਾਈ ਜਿਹੜਾ ਪੁਰਖ ਗੁਰੂ ਸਾਹਿਬਾਨ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਦਿਖਦਾ ਹੈ ਜਾਂ ਜਿਸ ਨੂੰ ਸਿੱਖਿਆ ਦੇਣ ਵਾਲੇ ਗੁਰੂ ਸਾਹਿਬ ਜੀ ਦਿਸਦੇ ਹਨ ਜਾਂ ਗੁਰੂ ਉਪਦੇਸ਼ ਦੇਣ ਵਾਲਾ ਗੁਰਸਿੱਖ ਦਿਖਦਾ ਹੈ। ਤਿਸ ਨਿਵ ਨਿਵ ਲਾਗਾਓ ਪਾਏ ਜਿਓ। ਉਸ ਦੇ ਮੈਂ ਨਿਵ ਨਿਵ ਨਿਉ ਨਿਉ ਕੇ ਜਾਂ ਝੁਕ ਝੁਕ ਕੇ ਪਾਏ ਜਿਓ ਚਰਨੀ ਲੱਗਦਾ ਹਾਂ ਜੀ। ਜਾਂ ਤਨ ਦੇ ਤਾਣ ਵੱਲੋਂ ਨਿਵ ਕੇ ਮਨ ਦੇ ਮਾਣ ਵੱਲੋਂ ਨਿਵ ਕੇ ਮੈਂ ਉਸ ਗੁਰਸਿੱਖ ਦੇ ਚਰਨੀ ਲੱਗਦਾ ਹਾਂ। ਭਾਵ ਕਿ ਨਾਵੇਂ ਪਾਤਸ਼ਾਹ ਤੱਕ ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਹੈ ਕਿ ਪੈਰੀ ਭਮਣਾ ਜਗ ਵਰਤਾਇਆ। ਜੋ ਵੀ ਗੁਰਸਿੱਖ ਇੱਕ ਦੂਜੇ ਨੂੰ ਮਿਲਦੇ ਹੁੰਦੇ ਤਾਂ ਪੈਰੀ ਪਾਉਣਾ ਕਹਿ ਕੇ ਮਿਲਦੇ।
ਭਾਵ ਇੱਕ ਦੂਜੇ ਦੇ ਗੋਡੀਆਂ ਹੱਥ ਲਾਉਂਦੇ, ਚਰਨਾਂ 'ਤੇ ਮੱਥਾ ਟੇਕਦੇ। ਪਰ ਧੰਨ ਸਤਿਗੁਰੂ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਹ ਮਰਿਆਦਾ ਮੰਨੀ ਹੈ ਕਿ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ। ਜਿਹੜਾ ਵੀ ਗੁਰਸਿੱਖ ਨੂੰ ਮਿਲੇ, ਇੱਕ ਦੂਜੇ ਨੂੰ ਫਤਿਹ ਬੁਲਾ ਕੇ ਮਿਲੇ। ਭਾਵ ਕਿ ਗੋਡੀਆਂ ਹੱਥ ਲਾਉਣਾ ਜਾਂ ਪੈਰੀਂ ਪੈਣਾ, ਇਹ ਬਚਨ ਬੰਦ ਕਰ ਦਿੱਤਾ ਗਿਆ। ਨਿਮਰਤਾ ਦੇ ਵਿੱਚ ਦੋਨੇ ਹੱਥ ਜੋੜ ਕੇ ਜਿਹੜਾ ਵੀ ਗੁਰਸਿੱਖ ਇੱਕ ਦੂਜੇ ਨੂੰ ਮਿਲਦਾ ਉਹ ਫਤਿਹ ਬੁਲਾਵੇ। ਇਹ ਕਲਗੀਧਰ ਮਹਾਰਾਜ ਨੇ ਮਰਿਆਦਾ ਬੰਨੀ ਹੈ। ਇੱਥੇ ਨਿਮਰਤਾ ਦਾ ਸੂਚਕ ਹੈ ਕਿ ਜਿਹੜਾ ਪੁਰਖ ਗੁਰਸਿੱਖੜਾ, ਗੁਰੂ ਸਾਹਿਬਾਨ ਦੀ ਸਿੱਖਿਆ ਗ੍ਰਹਿਣ ਕਰਨ ਵਾਲਾ ਕੋਈ ਵੀ ਦਿਖਦਾ ਹੈ, ਜਾਂ ਜਿਸ ਨੂੰ ਸਿੱਖਿਆ ਦੇਣ ਵਾਲੇ ਗੁਰੂ ਸਾਹਿਬ ਜੀ ਦਿਖਦੇ ਹਨ, ਜਾਂ ਗੁਰੂ ਉਪਦੇਸ਼ ਦੇਣ ਵਾਲਾ ਗੁਰਸਿੱਖ ਦਿਖਦਾ ਹੈ, ਤਿਸ ਨਿਮ ਨਿਮ ਲਾਗੋਂ ਪਾਏ ਜੀਓ। ਉਸ ਦੇ ਮੈਂ ਨਿਉ ਕੇ ਜਾਂ ਝੁਕ ਕੇ ਚਰਨੀ ਲੱਗਦਾ ਹਾਂ ਜੀ। ਤਨ ਦੇ ਤਾਣ ਵੱਲੋਂ ਨਿਵ ਕੇ, ਮਨ ਦੇ ਮਾਣ ਵੱਲੋਂ ਨਿਵ ਕੇ ਮੈਂ ਚਰਨੀ ਲੱਗਦਾ ਹਾਂ। ਆਖਾਂ ਬਿਰਥਾ ਜੀਆ ਕੀ। ਇਹ ਪਿਆਰੇ ਜੀ, ਫਿਰ ਉਸ ਗੁਰਸਿੱਖ ਅੱਗੇ ਮੈਂ ਆਪਣੇ ਜੀਵ ਦੀ, ਹਿਰਦੇ ਦੀ ਸਾਰੀ ਬਿਰਥਾ ਪੀੜਾ, ਭਾਵ ਗੱਲ ਬੇਨਤੀ ਰੂਪ ਦੇ ਵਿੱਚ ਕਹਿਣਾ ਕਰਾਂ ਕਿ ਗੁਰ ਸੱਜਣ ਵੇਹ ਮਿਲਾਏ ਜੀਓ। ਮੈਨੂੰ ਅਕਾਲ ਪੁਰਖ ਨਾਲ ਪ੍ਰੇਮ ਕਰਨ ਵਾਲੇ ਲੋਕ ਅਤੇ ਪਰਲੋਕ ਦੇ ਸੱਜਣ ਮਿੱਤਰ ਸਤਿਗੁਰਾਂ ਦੇ ਨਾਲ ਮਿਲਾ ਦੇਣਾ ਕਰੋ ਜੀ। ਸੋਈ ਦਾਸ ਉਪਦੇਸੜਾ। ਪਿਆਰੇ ਜੀ, ਮੈਨੂੰ ਉਹ ਸ੍ਰੇਸ਼ਟ ਉਪਦੇਸ਼ ਦੱਸਣਾ ਕਰੋ। ਮੇਰਾ ਮਨ ਅਨੰਤ ਨਾ ਕਾਹੂ ਜਾਏ ਜੀਓ। ਜਿਸ ਸ੍ਰੇਸ਼ਟ ਉਪਦੇਸ਼ ਨੂੰ ਸੁਣ ਕੇ ਜੋ ਮੇਰਾ ਮਨ ਚਿੱਤ ਹੈ ਇਹ ਪਰਮੇਸ਼ਰ ਨੂੰ ਛੱਡ ਕੇ ਨਾ ਕਾਹੂ ਜਾਏ, ਅਨੰਤ ਨਾ ਕਾਹੂ ਜਾਏ ਜੀਓ। ਕਿਸੇ ਹੋਰ ਪਦਾਰਥਾਂ ਦੇ ਵੱਲ ਨਾ ਜਾਣਾ ਕਰੇ। ਇਹੋ ਮਨ ਤੈ ਕੂੰਡੇ ਵਸਾ। ਮੈਂ ਆਪਣਾ ਇਹ ਮਨ ਤੈਨੂੰ ਭੇਟਾ ਦੇ ਤੌਰ 'ਤੇ ਦੇਵਾਂਗਾ। ਮੈਂ ਮਾਰਗ ਦੇਹ ਬਤਾਏ ਜੀਓ। ਮਿਸ਼ਨਰੀ ਵਾਲੇ ਹਾਹੀ ਔਂਕੜ ਨਹੀਂ ਲਾਉਂਦੇ, ਆਪਾਂ ਤਾਂ ਲਾਉਂਦੇ ਆ ਦੇ ਨਹੀਂ ਦੇਹੋ। ਮੈਂ ਮਾਰਗ ਦੇਹੋ ਬਤਾਏ ਜੀਓ। ਪਰ ਤੂੰ ਮੈਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਰਸਤਾ ਦੱਸ ਦੇਣਾ ਕਰ। ਆਇਆ ਦੂਰਾਹੋ ਚੱਲ ਕੇ। ਪਿਆਰੇ ਜੀ, ਮੈਂ 84 ਲੱਖ ਜੋਨਾਂ ਰੂਪ ਪ੍ਰਦੇਸ਼ਾਂ ਦੇ ਵਿੱਚੋਂ ਵਿਚਰਦਾ ਹੋਇਆ ਦੂਰੋਂ ਚੱਲ ਕੇ ਤੁਰ ਕਰਕੇ ਹੁਣ ਮਨੁੱਖਾ ਜਨਮ ਦੇ ਵਿੱਚ ਆਇਆ ਹਾਂ, ਜਾਂ ਮੈਂ ਪ੍ਰਤਾਖੀ ਦੂਰੋਂ ਚੱਲ ਕੇ ਆਇਆ ਹਾਂ। ਮੈਂ ਤੱਕੀ ਤਾਉ ਸਰਨਾਏ ਜੀਓ। ਅਤੇ ਮੈਂ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ ਤੇਰੀ ਸ਼ਰਨ ਤੱਕਣਾ ਕੀਤੀ ਹੈ। ਮੈਂ ਆਸਾ ਰੱਖੀ ਚਿਤ ਮਹਿ। ਇਹ ਪਿਆਰੇ ਜੀ, ਮੈਂ ਆਪਣੇ ਚਿੱਤ ਦੇ ਵਿੱਚ ਇਹੀ ਆਸਾ ਉਮੀਦ ਰੱਖੀ ਹੋਈ ਹੈ ਕਿ ਮੇਰਾ ਸਭੂ ਦੁੱਖ ਗਵਾਏ ਜੀਓ। ਗੁਰਸਿੱਖ ਹੀ ਮੇਰਾ ਸਾਰਾ ਜੰਮਣ ਮਰਨ ਆਦਿਕ ਦਾ ਦੁੱਖ ਕਸ਼ਟ ਗਵਾ ਦੇਣਗੇ।
ਇਹ ਗੱਲ ਸੁਣ ਕੇ ਅੱਗੋਂ ਗੁਰਸਿੱਖ ਨੇ ਆਖਿਆ, ਇਤ ਮਾਰਗ ਚੱਲੇ ਭਾਈੜੇ। ਇਹ ਪਿਆਰੀ ਜੀ, ਇਸ ਰਸਤੇ ਉੱਤੇ ਚੱਲਣ ਵਾਲੀ ਗੁਰਸਿੱਖ ਭਰਾ, ਗੁਰ ਕਹੈ ਸੁਕਾਰ ਕਮਾਏ ਜਿਉ। ਸਤਿਗੁਰੂ ਨਾਨਕ ਦੇਵ ਜੀ ਦੀ ਕਹੀ ਹੋਈ ਭਗਤੀ ਰੂਪਕਾਰ ਕਰਦੇ ਹਨ। ਇਸ ਲਈ ਤੂੰ ਵੀ ਉਹ ਭਗਤੀ ਰੂਪਕਾਰ ਨੂੰ ਕਮਾਉਣਾ ਕਰ, ਅਥਵਾ ਤੂੰ ਇਸ ਮਾਰਗ 'ਤੇ ਚੱਲ ਤੇ ਜੋ ਗੁਰਾਂ ਦੀ ਭਗਤੀ ਰੂਪਕਾਰ ਕਹੀ ਹੋਈ ਹੈ ਉਸ ਨੂੰ ਕਮਾਉਣਾ ਕਰ। ਤਿਆਗੇ ਮਨ ਕੀ ਮਤੜੀ। ਇਹ ਪਿਆਰੇ ਜੀ, ਆਪਣੇ ਮਨ ਦੀ ਮਤ ਨੂੰ ਛੱਡ ਦੇ। ਵਿਸਾਰੇ ਦੂਜਾ ਭਾਉ ਜਿਉ। ਅਤੇ ਦ્વੈਤ ਭਾਵ ਵਾਲੀਆਂ ਚੀਜ਼ਾਂ ਦਾ ਪ੍ਰੇਮ ਇਹਨੂੰ ਵੀ ਵਿਸਾਰੇ ਭੁਲਾ ਦੇਣਾ ਕਰ। ਤੂੰ ਪਾਵ ਹੈ ਹਰ ਦਰਸਾਵੜਾ। ਤੂੰ ਹਰੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਪਾਵੇਂਗਾ। ਮਹਿ ਲੱਗਾ ਤਤੀ ਵਾਓ ਜਿਉ। ਫਿਰ ਤੈਨੂੰ ਵਿਸ਼ੇ ਵਿਕਾਰਾਂ ਜਾਂ ਮਾਤਾ ਦੇ ਗਰਭ ਦੀ ਜਾਂ ਨਰਕਾਂ ਰੂਪੀ ਤਤੀ ਗਰਮ ਹਵਾ ਨਹੀਂ ਲੱਗੇਗੀ ਜੀ। ਜਾਗੋ ਮੁਸ਼ਕਲ ਅਤ ਬਣੇ। ਸ੍ਰੀ ਰਾਗ ਮਹੱਲਾ ਪਹਿਲਾ। ਜਾਗੋ ਮੁਸ਼ਕਲ ਅਤ ਬਣੇ, ਢੋਈ ਕੋਏ ਨਾ ਦੇ। ਲਾਗੂ ਹੋਏ ਦੁਸ਼ਮਨਾ, ਸਾਕ ਪੇ ਭਜ ਖਲੇ। ਸਭੂ ਭਜੈ ਆਸਰਾ, ਚੁੱਕੈ ਸਭ ਅਸਰਾਓ। ਚਿਤ ਆਵੈ ਉਸ ਪਾਰ ਬ੍ਰਹਮ, ਲਗੈ ਨ ਤਾਤੀ ਵਾਓ। ਸਾਹਿਬ ਨਿਤਾਣਿਆ ਕਾ ਤਾਣ, ਪਾਏ ਨ ਜਾਈ ਥਿਰ ਸਦਾ। ਗੁਰ ਸਬਦੀ ਸਚ ਜਾਣ। ਤੂੰ ਪਾਵ ਹੈ ਹਰ ਦਰਸਾਵੜਾ। ਤੂੰ ਹਰੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਪਾਵੇਂਗਾ। ਨਹਿ ਲੱਗਾ ਤਤੀ ਵਾਓ ਜਿਉ। ਫਿਰ ਇਹ ਪਿਆਰੇ ਜੀ, ਤੈਨੂੰ ਤਤੀ ਵਾਹ ਵੀ ਨਹੀਂ ਲੱਗੇਗੀ। ਹਉ ਆਪਹੁ ਬੋਲ ਨਾ ਜਾਣਦਾ। ਇਹ ਪਿਆਰੇ ਜੀ, ਮੈਂ ਆਪਣੇ ਆਪ ਕੁਝ ਵੀ ਬੋਲਣਾ ਨਹੀਂ ਜਾਣਦਾ। ਮੈਂ ਕਹਿਆ ਸਭੋ ਕਮਾਓ ਜਿਉ। ਮੈਂ ਜੋ ਵੀ ਕੁਝ ਕਿਹਾ ਹੈ ਇਹ ਸਾਰਾ ਗੁਰੂ ਜਾਂ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਹੀ ਕਿਹਾ ਹੈ। ਹਰ ਭਗਤ ਖਜ਼ਾਨਾ ਬਖਸਿਆ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ, ਇਹ ਪਿਆਰੀ ਜੀ, ਗੁਰੂ ਨਾਨਕ ਕੀਆ ਪਸਾਓ ਜਿਉ। ਜਦ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਮੈਨੂੰ ਉਪਦੇਸ਼ ਦੇਣਾ ਕੀਤਾ ਜਾਂ ਉਪਦੇਸ਼ ਰੂਪ ਦਾਨ ਦੇਣਾ ਕੀਤਾ, ਤਦ ਪਰਮੇਸ਼ਰ ਨੇ ਮੈਨੂੰ ਪ੍ਰੇਮਾ ਭਗਤੀ ਦਾ ਇਹ ਕਿਰਪਾ ਕਰਕੇ ਖਜ਼ਾਨਾ ਬਖਸ਼ ਦਿੱਤਾ ਹੈ। ਮੈਂ ਬਹੁੜਨਾ ਤ੍ਰਿਸ਼ਨਾ ਭੁਖੜੀ। ਫਿਰ ਮੈਨੂੰ ਤ੍ਰਿਸ਼ਨਾ ਪ੍ਰਾਪਤੀ ਦੀ ਪ੍ਰਬਲ ਇੱਛਾ ਜਾਂ ਤ੍ਰਿਸ਼ਨਾ ਰੂਪੀ ਭੁੱਖ ਨਹੀਂ ਰਹੀ, ਕਿਉਂਕਿ ਜੋ ਪਦਾਰਥਾਂ ਦੀ ਪ੍ਰਾਪਤੀ ਦੀ ਤ੍ਰਿਸ਼ਨਾ ਹੈ ਇਹੀ ਜੀਵ ਨੂੰ ਤੰਗ ਕਰਦੀ ਹੈ। ਇਹਦੇ ਨਾਲ ਹੀ ਇਨਸਾਨ ਗਲਤ ਪਾਸੇ ਚੱਲਦਾ ਹੈ। ਸੋ ਪਦਾਰਥਾਂ ਦੀ ਪ੍ਰਾਪਤੀ ਦੀ ਪ੍ਰਬਲ ਇੱਛਾ ਜਾਂ ਤ੍ਰਿਸ਼ਨਾ ਰੂਪ ਭੁੱਖ ਨਹੀਂ ਰਹੀ, ਕਿਉਂਕਿ ਹਉ ਰੱਜਾ ਤ੍ਰਿਪਤ ਅਗਾਏ ਜਿਉ। ਮੈਂ ਇਸ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਿਆ, ਪਰ ਲੋਕ ਦੇ ਪਦਾਰਥਾਂ ਵੱਲੋਂ ਵੀ ਤ੍ਰਿਪਤ ਅਤੇ ਸਵਰਗ ਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਿਆ ਹਾਂ ਜੀ। ਜੋ ਗੁਰ ਦੀਸੈ ਸਿਖੜਾ। ਇਹ ਪਿਆਰੀ ਜੀ, ਜਿਹੜਾ ਸਿੱਖੀ ਨੂੰ ਕਮਾਉਣ ਵਾਲਾ ਗੁਰਾਂ ਦਾ ਸਿੱਖ ਦਿਸ ਰਿਹਾ ਹੈ। ਤਿਸ ਨਿਵ ਨਿਵ ਲਾਗਾਓ ਪਾਏ ਜਿਉ। ਮੈਂ ਤਨ ਦੇ ਤਾਣ ਵੱਲੋਂ ਝੋਕੇ, ਮਨ ਦੇ ਮਾਣ ਵੱਲੋਂ ਝੋਕੇ, ਤਿਸ ਸਿੱਖ ਦੀ ਚਰਨੀ ਲੱਗਦਾ ਹਾਂ।
ਜਾਂ ਮਨ ਬਣੀ ਸਰੀਰ ਕਰਕੇ ਚਰਨੀ ਲੱਗਦਾ ਹਾਂ। ਰਾਗ ਸੂਹੀ ਛੰਤ ਸੂਹੀ ਰਾਗਣੀ ਦੇ ਵਿੱਚ ਸ਼ੰਤ ਨਾਮੇ ਬਾਣੀ ਉਚਾਰਨ ਕਰ ਰਹੇ ਨੇ। ਸ਼ੰਤ ਦਾ ਅਰਥ ਹੈ ਜਸ, ਜਾਂ ਜਿਹਦੇ ਵਿੱਚ ਸੰਗੀਤ ਹੈ, ਤਾਲ ਹੈ ਜੋੜੀ ਦਾ, ਸੁਰ ਹੈ ਵਾਜੇ ਦੀ। ਸੁਰ ਅਤੇ ਤਾਲ ਜਿਹਦੇ ਵਿੱਚ ਹੋਵੇ ਤੇ ਤੁਕ ਦਾ ਤੁਕਾਂਤ ਮਿਲਦਾ ਹੋਵੇ, ਸੰਗੀਤਮਈ ਧੁਨੀ ਹੋਵੇ, ਉਹਨੂੰ ਸ਼ੰਤ ਕਹਿੰਦੇ ਨੇ। ਜਿਹਦੇ ਵਿੱਚ ਪਰਮੇਸ਼ਰ ਦਾ ਜਸ ਹੁੰਦਾ ਹੈ। ਸ਼ੰਤ ਦੀਆਂ ਆਮ ਤੌਰ 'ਤੇ ਇੱਕ ਸ਼ਬਦ ਦੀਆਂ 4-4 ਪੌੜੀਆਂ ਹੁੰਦੀਆਂ ਨੇ, ਕਈ ਵਾਰ 5 ਜਾਂ 6 ਵੀ ਆ ਜਾਂਦੀਆਂ ਨੇ। ਇਹ ਪਹਿਲੇ ਪਾਤਸ਼ਾਹ ਸੂਹੀ ਰਾਗ 'ਚ ਸ਼ੰਤ ਉਚਾਰ ਰਹੇ ਹਨ। ਮਹਲਾ ਪਹਿਲਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਦੇ ਸ਼ਬਦ ਆ ਰਹੇ ਨੇ। ਘਰ ਪਹਿਲਾ। ਪਹਿਲੇ ਘਰ ਸੁਰ ਤਾਲ ਦੇ ਵਿੱਚ ਉਚਾਰ ਰਹੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬਦਾ ਪ੍ਰਕਾਸ਼ਕ। ਸਤ ਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਭਰ ਜੋ ਬਨ ਮੈਂ ਮਤ। ਇਹ ਜੀਵ ਰੂਪ ਇਸਤਰੀ ਪ੍ਰਤੱਖ ਜਵਾਨੀ ਅਵਸਥਾ ਭਰਨ ਰੂਪ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ। ਇਸੇ ਪ੍ਰਕਾਰ ਭਰ ਜੋ ਬਨ ਮੈਂ ਮਤ। ਜਗਿਆਸੂ ਰੂਪ ਇਸਤਰੀ ਆਸੁਰੀ ਸੰਪਦਾ ਰੂਪ ਜੋਬਨ ਦੇ ਸਹਿਤ ਭਰੀ ਹੋਈ ਮਮਤਾ ਰੂਪ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ। ਪਰੰਤੂ ਇਹ ਨਹੀਂ ਸਮਝਦੀ ਕਿ ਇਹ ਸੰਸਾਰ ਰੂਪ ਪੀੜੈ ਘਰ ਪਾਹੁਣੀ ਬਲਰਾਮ ਜੀਓ। ਇਹ ਸੰਸਾਰ ਰੂਪੇ ਕੇ ਘਰ ਦੇ ਵਿੱਚ ਇੱਕ ਪ੍ਰਾਹੁਣੀ ਵਾਂਗ ਹੀ ਹੈ। ਇਹ ਰਾਮ ਪਰਮੇਸ਼ਰ ਜੀ, ਮੈਂ ਤੇਰੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ ਹਾਂ। ਜਿਸ ਨੇ ਸੰਸਾਰ ਦੀ ਇਹੋ ਜਿਹੀ ਆਸ਼ਚਰਜ ਖੇਡ ਬਣਾਈ ਹੋਈ ਹੈ। ਭਾਵ ਕਿ ਕੋਈ ਵੀ ਸੰਸਾਰ ਰੂਪੀ ਘਰ ਦੇ ਵਿੱਚ ਪੱਕਾ ਆਸਣ ਲਾ ਕੇ ਨਹੀਂ ਬੈਠਾ ਹੋਇਆ। ਸਭਨਾ ਸਾਹੁਰੇ ਵੰਜਣਾ ਸਭ ਮੁਕਲਾਮਣ ਹਾਰ। ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਇਹ ਜਿਹੜਾ ਸੰਸਾਰ ਹੈ ਇਹ ਇੱਕ ਪੇਕੇ ਘਰ ਦੀ ਤਰ੍ਹਾਂ ਹੈ ਅਤੇ ਜੋ ਪਰਲੋਕ ਹੈ ਇਹ ਸਹੁਰੇ ਘਰ ਦੀ ਤਰ੍ਹਾਂ ਹੈ। ਹਰੇਕ ਨੇ ਸਰੀਰ ਛੁੱਟਣ ਤੋਂ ਬਾਅਦ ਪਰਲੋਕ ਰੂਪੀ ਸਹੁਰੇ ਘਰ ਜਾਣਾ ਹੈ। ਇਹ ਪੇਕੇ ਘਰ ਦੇ ਵਿੱਚ ਹਮੇਸ਼ਾ ਨਹੀਂ ਰਹਿਣਾ। ਪਰ ਇਹ ਜਿਹੜੀ ਜੀਵ ਰੂਪ ਇਸਤਰੀ ਹੈ ਇਹ ਪ੍ਰਤੱਖ ਜਵਾਨੀ ਅਵਸਥਾ ਭਰਨ ਰੂਪ ਭਾਵ ਜਵਾਨੀ ਦੇ ਵਿੱਚ ਇੰਨੀ ਮਸਤ ਹੋਈ ਪਈ ਹੈ ਜਿਵੇਂ ਕੋਈ ਸ਼ਰਾਬੀ ਸ਼ਰਾਬ ਪੀ ਕੇ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਸਮਝ ਨਹੀਂ ਰਹਿੰਦੀ। ਇਸੇ ਪ੍ਰਕਾਰ ਇਹ ਜਵਾਨੀ ਦੀ ਸ਼ਰਾਬ ਦੇ ਵਿੱਚ ਮਸਤੀ ਹੋਈ ਹੈ। ਆਸੁਰੀ ਸੰਪਦਾ ਰੂਪ ਜਵਾਨੀ ਦੇ ਸਹਿਤ ਭਰੀ ਹੋਈ ਮਮਤਾ ਰੂਪ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ। ਇਹ ਨਹੀਂ ਸਮਝਦੀ ਕਿ ਉਹ ਇਸ ਸੰਸਾਰ ਰੂਪ
ਪੀਕੇ ਘਰ ਦੇ ਵਿੱਚ ਇੱਕ ਪ੍ਰਾਹੁਣੀ ਵਾਂਗ ਹੈ। ਜਿਵੇਂ ਏਮਨਾਬਾਦ ਦੇ ਪਠਾਣਾ ਨੇ ਭਾਈ ਮਰਦਾਨਾ ਸਾਹਿਬ ਜੀ ਅਤੇ ਉਹਨਾਂ ਦੇ ਨਾਲ ਦੇ ਜਿਹੜੇ ਸਾਧੂ ਸੰਤ ਸਨ, ਉਹਨਾਂ ਨੂੰ ਸਾਧ ਸੰਗਤ ਜੀਓ ਪ੍ਰਤੱਖ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋ ਕੇ ਧੱਕੇ ਮਾਰੇ ਸਨ। ਤਾਂ ਸਤਿਗੁਰੂ ਜੀ ਨੇ ਵਚਨ ਕਰ ਦਿੱਤਾ ਸੀ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮੇ ਲਾਲੋ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਮੇ ਲਾਲੋ। ਭਾਵ ਜੋ ਇਹ ਜਵਾਨੀ ਦੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋ ਕੇ ਪਾਪ ਕਰਮ ਕਰ ਰਹੇ ਹਨ, ਭਾਈ ਮਰਦਾਨਾ ਜੀ ਨੂੰ ਧੱਕੇ ਮਾਰੇ ਨੇ। ਇਹ ਸਾਧੂ ਸੰਤਾਂ ਦੀ ਬੇਦਬੀ ਦਾ ਬਹੁਤ ਵੱਡਾ ਇਹਨਾਂ ਨੇ ਪਾਪ ਕਮਾਇਆ ਹੈ। ਹੋਰ ਜਿਹੜੇ ਇਹਨਾਂ ਨੇ ਪਾਪ ਕੀਤੇ ਨੇ, ਇਹ ਸਾਰੇ ਜੰਜ ਬਣਾ ਕੇ ਕਾਬਲ ਤੋਂ ਮੁਗਲਾਂ ਦੇ ਰੂਪ ਦੇ ਵਿੱਚ ਆ ਰਹੇ ਹਨ। ਤੇ ਫਿਰ ਬਹੁਤ ਜ਼ਿਆਦਾ ਘਮਸਾਣ ਦਾ ਯੁੱਧ ਹੋਇਆ। ਬਾਬਰ ਨੇ ਬਹੁਤ ਲੁੱਟਿਆ ਘਸੁੱਟਿਆ। ਸਤਿਗੁਰੂ ਜੀ ਨੇ ਜਿਨ ਸਿਰ ਸੂਹਣ ਪੱਟੀਆਂ, ਮੰਗੀ ਪਾਈ ਸੰਧੂਰ, ਸੇ ਸਿਰ ਕਾਤੀ ਮੁੰਨੀਆਂ, ਗਲ ਵਿੱਚ ਆਵੇ ਧੂੜ। ਇਹ ਪਾਵਨ ਸ਼ਬਦ ਦੇ ਵਿੱਚ ਇੱਕ ਪੰਕਤੀ ਉਚਾਰੀ, ਧਨ ਜੋਬਨ ਦੋਇ ਵੈਰੀ ਹੋਏ, ਜਿਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪਤ ਗਵਾਏ। ਇਹਦੇ ਵਿੱਚ ਸਪਸ਼ਟ ਕੀਤਾ ਹੈ, ਇੱਕ ਧਨ ਤੇ ਇੱਕ ਜਵਾਨੀ, ਇਹਨਾਂ ਦੋਨਾਂ ਦੇ ਨਸ਼ੇ ਵਿੱਚ ਮਸਤ ਹੋਏ। ਇਹਨਾਂ ਦੇ ਜਿਹੜੇ ਪਾਪ ਨੇ ਉਹ ਆਪ ਹੀ ਇਹਨਾਂ ਦੇ ਵੈਰੀ ਬਣ ਗਏ, ਜਿਨ੍ਹਾਂ ਨਾਲ ਇਹਨਾਂ ਨੇ ਪ੍ਰੇਮ ਨਾਲ ਰੱਖਿਆ ਸੀਗਾ। ਤੇ ਯਮਦੂਤਾਂ ਨੂੰ ਮੁਗਲਾਂ ਦਾ ਰੂਪ ਬਣਾ ਕੇ ਪ੍ਰਭੂ ਨੇ ਆਪ ਹੀ ਇਹਨਾਂ ਨੂੰ ਸਜ਼ਾ ਦੇਣ ਲਈ ਭੇਜਿਆ। ਤੇ ਇਸ ਵਾਸਤੇ ਇਹ ਜੀ ਰੂਪ ਇਸਤਰੀ ਜਵਾਨੀ ਦੇ ਮਮਤਾ ਦੇ ਨਸ਼ੇ ਦੇ ਵਿੱਚ ਵਿਕਾਰਾਂ ਦੀ ਸ਼ਰਾਬ ਪੀ ਕੇ ਮਸਤ ਹੋ ਰਹੀ ਹੈ। ਇਹ ਸੰਸਾਰ ਦੇ ਪੀਕੇ ਘਰ ਦੇ ਵਿੱਚ ਪ੍ਰਾਹੁਣੀ ਵਾਂਗ ਹੈ। ਸੋ ਹੇ ਰਾਮ ਪਰਮੇਸ਼ਰ ਜੀ, ਮੈਂ ਤੇਰੇ ਤੋਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਂਦਾ, ਜਿਹਨੇ ਸੰਸਾਰ ਦੀ ਇਸ ਚਰਚ ਖੇਡ ਬਣਾਈ ਹੋਈ ਹੈ। ਮੈਲੀ ਅਵਗਣ ਚਿਤ, ਇਹ ਪਿਆਰੇ ਜੀ ਹਿਰਦੇ ਵਿੱਚ ਕਾਮ ਕ੍ਰੋਧ ਆਦਿਕ ਗੁਨਾਹਾਂ ਨੂੰ ਧਾਰਨ ਕਰਕੇ ਜੀਵ ਰੂਪ ਇਸਤਰੀ ਮਲੀਨ ਹੋ ਰਹੀ ਹੈ। ਇਸੇ ਪ੍ਰਕਾਰ ਮੈਲੀ ਅਵਗਣ ਚਿਤ, ਚਿੱਤ ਔਗਣਾਂ ਦੇ ਨਾਲ ਭਰਿਆ ਹੋਇਆ ਹੈ। ਇਸ ਕਰਕੇ ਜੀਵ ਰੂਪ ਇਸਤਰੀ ਮੈਲੀ ਹੋ ਰਹੀ ਹੈ। ਬਿਨ ਗੁਰ ਗੁਣ ਨਾ ਸਮਾਵਨੀ, ਉਹਦੇ ਗੁਰਾਂ ਤੋਂ ਬਿਨਾ ਸੋ ਬਲਿਹਾਰ ਜਾਣੇ ਜੋਗ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮ ਆਦਿਕ ਸ਼ੁਭ ਗੁਣ ਹਿਰਦੇ ਵਿੱਚ ਆ ਕੇ ਸਮਾਉਂਦੇ ਨਹੀਂ ਹਨ ਜੀ। ਬਲਰਾਮ ਜੀਓ ਸੋ ਬਲਿਹਾਰ ਜਾਣੇ ਜੋਗ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਜਿਹੜੇ ਸ਼ੁਭ ਗੁਣ ਹਨ, ਉਹ ਪੂਰੀਆਂ ਗੁਰਾਂ ਤੋਂ ਬਗੈਰ ਹਿਰਦੇ ਵਿੱਚ ਆ ਕੇ ਸਮਾਉਂਦੇ ਨਹੀਂ ਹਨ ਜੀ। ਗੁਣ ਸਾਰ ਨਾ ਜਾਣੀ ਭਰਮ ਭੁਲਾਣੀ, ਇਹ ਜੀਵ ਰੂਪ ਇਸਤਰੀ ਨੇ ਸ਼ੁਭ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰਨ ਦੀ ਉਕਾ ਹੀ ਖਬਰ ਨਹੀਂ ਜਾਣੇ।
ਸਗੋਂ ਭਰਮ ਦੇ ਵਿੱਚ ਭੁੱਲੀ ਹੋਈ ਨੇ। ਜੋਬਨ ਬਾਦ ਗਵਾਇਆ ਪ੍ਰਤੱਖ ਜੋਬਨ ਜਾਂ ਸ਼ੌਂਕ ਅਵਸਥਾ ਰੂਪ ਜੋਬਨ ਨੂੰ ਵਿਸ਼ਿਆਂ ਵਿੱਚ ਲਾ ਕੇ ਵਿਅਰਥ ਹੀ ਗਵਾ ਲਿਆ ਹੈ। ਵਾਰ ਘਰ ਦਰ ਦਰਸ਼ਨ ਨਹੀਂ ਜਾਤਾ ਪਤੀ ਪਰਮੇਸ਼ਰ ਸਾਰਿਆਂ ਦੇ ਸਰੀਰ ਰੂਪ ਘਰ ਦੇ ਵਿੱਚ ਹੀ ਹੈ, ਜਾਂ ਹਿਰਦੇ ਰੂਪ ਘਰ ਦੇ ਵਿੱਚ ਹੀ ਹੈ, ਜਾਂ ਜੋ ਪਤੀ ਪਰਮੇਸ਼ਰ ਸਰੀਰ ਰੂਪ ਘਰ ਦੇ ਇੰਦਰੀਆਂ ਆਦਿਕ ਸਭ ਥਾਂ ਹੈ, ਉਸ ਦਾ ਸਤਸੰਗਤ ਰੂਪ ਦਰਵਾਜ਼ੇ ਵਿੱਚ ਸਥਿਤ ਹੋ ਕੇ ਦਰਸ਼ਨ ਦੀਦਾਰ ਕਰਨਾ ਜਾਣਿਆ ਹੀ ਨਹੀਂ ਹੈ। ਫਿਰ ਕਾ ਸਹਿਜ ਨ ਪਾਇਆ ਅਤੇ ਨਾ ਹੀ ਪਤੀ ਪਰਮੇਸ਼ਰ ਦਾ ਗਿਆਨ ਚੰਗਾ ਲੱਗਾ ਹੈ। ਸਤਿਗੁਰ ਪੂਛ ਨਾ ਮਾਰਗ ਚਾਲੀ ਪੂਰੇ ਸਤਿਗੁਰਾਂ ਤੋਂ ਪੁੱਛ ਕੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਭਗਤੀ ਸਹਿਤ ਗਿਆਨ ਰੂਪ ਰਸਤੇ ਦੇ ਨਾ ਚੱਲੀ। ਸੁੱਤੀ ਰਹਿਣ ਵਿਹਾਣੀ ਸਗੋਂ ਮੋਹ ਵਿਦਿਆ ਰੂਪ ਨਿੰਦਰਾ ਦੇ ਵਿੱਚ ਸੁੱਤੀ ਹੋਈ ਦੀ ਅਵਸਥਾ ਰੂਪੀ ਰਾਤ ਵਿਅਰਥੀ ਬਤੀਤ ਹੋ ਜਾਂਦੀ ਹੈ। ਨਾਨਕ ਬਾਲਤਨ ਰਾਡੇਪਾ ਇਹ ਬਾਲਤਨ ਇਹਦਾ ਪਾਠ ਪੁਰਾਤਨ ਉਚਾਰਨ ਬਾਲਤਨ ਹੈ, ਪਰੰਤੂ ਅੱਜ ਕੱਲ੍ਹ ਬਾਲਤਨ ਅਧਿਕ ਤੋਂ ਰਹਿਤ ਵੀ ਪੜ੍ਹਦੇ ਨੇ, ਅਰਥ ਇੱਕੋ ਹੀ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜੀਵ ਰੂਪ ਇਸਤਰੀ ਨੂੰ ਬਾਲਤਨ ਬਾਲਕ ਅਵਸਥਾ ਤੋਂ ਹੀ ਰੰਡੀ ਪੁਣਾ ਭਾਵ ਅਨਿਸ਼ਰਵਾਦੀ ਪੁਣਾ ਪਿਆ ਹੋਇਆ ਹੈ। ਭਾਵ ਬਾਲਕ ਅਵਸਥਾ ਵਿੱਚ ਕਿਸੇ ਬੰਦਗੀ ਵਾਲੇ ਮਹਾਤਮਾ ਤੋਂ ਉਪਦੇਸ਼ ਨਹੀਂ ਲਿਆ, ਸਗੋਂ ਨਾਸਤਿਕਾਂ ਵਾਲਾ ਸੁਭਾਅ ਧਾਰਨ ਕਰ ਲਿਆ ਕਿ ਪਰਮੇਸ਼ਰ ਹੈ ਹੀ ਨਹੀਂ। ਇਉਂ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨ ਪੇਰ ਧਨ ਕੁਮਲਾਣੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਕੁਮਲਾਈ ਹੋਈ ਨਿੰਮੋ ਝੋਣੀ ਦੁਖੀ ਹੁੰਦੀ ਹੈ, ਜਾਂ ਪਦਾਰਥਾਂ ਦੀ ਸੰਗਤ ਕਰਕੇ ਮੁਰਝਾਈ ਰਹਿੰਦੀ ਹੈ। ਬਾਬਾ ਇਹ ਬਾਬਾ ਗੁਰੂ ਸਾਹਿਬ ਜੀ ਮੈਂ ਵਾਰ ਦੇਹ ਮੇਰੇ ਤਾਈ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਾ ਦੇਵੋ। ਮੈਂ ਹਰ ਵਾਰ ਭਾਵੈ ਕਿਉਂਕਿ ਮੈਨੂੰ ਹਰੀ ਪਰਮੇਸ਼ਰ ਰੂਪ ਪਤੀ ਹੀ ਭਾਉਂਦਾ ਚੰਗਾ ਲੱਗਦਾ ਹੈ। ਤਿਸ ਕੀ ਬਲਰਾਮ ਜੀਓ ਅਤੇ ਮੈਂ ਉਸੇ ਦੀ ਭਗਤੀ ਕਰਦੀ ਹਾਂ ਜਾਂ ਉਸੇ ਦੀ ਪ੍ਰਾਪਤੀ ਚਾਹੁੰਦੀ ਹਾਂ। ਇਹ ਰਾਮ ਪਿਆਰੇ ਜੀ, ਮੈਂ ਆਪ ਜੀ ਦੇ ਉੱਪਰੋਂ ਬਲਿਹਾਰ ਜਾਂਦੀ ਹਾਂ। ਰਾਵ ਰਹਿਆ ਜੁਗ ਚਾਰ ਜੋ ਪਤੀ ਪਰਮੇਸ਼ਰ ਚੌਂ ਯੁਗਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਤ੍ਰਿਭਾਵਨ ਬਾਣੀ ਜਿਸ ਕੀ ਬਲਰਾਮ ਜੀਓ ਤਿੰਨਾਂ ਭਵਨਾਂ ਦੇ ਵਿੱਚ ਜਿਸ ਦੀ ਜਸ ਰੂਪ ਬਾਣੀ ਵੇਦ ਸ਼ਾਸਤਰਾਂ ਆਦਿਕ ਗਾ ਰਹੇ ਹਨ, ਜਾਂ ਜਿਸ ਦੀ ਤਿੰਨੇ ਭਵਨ ਬਣਾਵਟ ਹਨ, ਐਸੇ ਪਤੀ ਰਾਮ ਪਰਮੇਸ਼ਰ ਦੇ ਉੱਪਰੋਂ ਮੈਂ ਮਨ ਬਾਣੀ ਸਰੀਰ ਕਰਕੇ ਬਲਿਹਾਰ ਜਾਵਾਂ ਜੀ। ਤ੍ਰਿਭਾਵਨ ਕੰਤ ਰਵੈ ਸੁਹਾਗਣ ਤਿੰਨਾਂ ਲੋਕਾਂ ਦਾ ਮਾਲਕ ਪਤੀ ਪਰਮੇਸ਼ਰ ਸੁਹਾਗਵੰਤ ਮਹਾਤਮਾ ਰੂਪ ਇਸਤਰੀ ਨੂੰ ਹੀ ਮਾਣਦਾ ਹੈ, ਜਾਂ ਸੁਹਾਗਵੰਤੀ ਮਹਾਤਮਾ ਰੂਪ ਇਸਤਰੀ ਹੀ ਤਿੰਨ ਭਵਨਾਂ ਦੇ ਮਾਲਕ ਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਦੀ ਹੈ। ਅਵਗਣਵੰਤੀ ਦੂਰੇ ਅਤੀ ਔਗੁਣਾਂ ਵਾਲੀ ਮਨਮੁਖ ਰੂਪ ਇਸਤਰੀ ਉਸ ਪਤੀ ਪਰਮੇਸ਼ਰ ਦੇ ਆਨੰਦ ਤੋਂ
ਦੂਰ ਪਰੇ ਰਹਿੰਦੀ ਹੈ। ਜੈਸੀ ਆਸਾ ਤੈਸੀ ਮਨਸਾ। ਜਿਹੀ ਸੁਹਾਗਣ ਇਸਤਰੀ ਆਸਾ ਉਮੀਦ ਕਰਦੀ ਹੈ, ਤੇਹੋ ਜਿਹੀ ਉਹ ਪਤੀ ਪਰਮੇਸ਼ਰ ਇੱਛਾ ਪੂਰੀ ਕਰ ਦਿੰਦਾ ਹੈ। ਸਾਧ ਸੰਗਤ ਜੀਓ, ਜਿਹੋ ਜਿਹੀ ਕਿਸੇ ਦੀ ਆਸਾ ਹੁੰਦੀ ਹੈ, ਤੇਹੋ ਜਿਹੀ ਮਨਸਾ ਬੁੱਧੀ ਹੋ ਜਾਂਦੀ ਹੈ। ਜਾਂ ਜਿਹੋ ਜਿਹੀ ਜੀਵ ਰੂਪ ਇਸਤਰੀ ਆਸਾ ਕਰਦੀ ਹੈ, ਤਿਵੇਂ ਹੀ ਮਨਸਾ ਦਸ਼ਾ ਹੁੰਦੀ ਹੈ। ਪੂਰ ਰਹਿਆ ਭਾਰ ਪੂਰੇ। ਸੋ ਉਹ ਜਿਹੜਾ ਪਤੀ ਪਰਮੇਸ਼ਰ ਹੈ, ਉਹ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੋ ਰਿਹਾ, ਮਿਲ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਹਰ ਕੀ ਨਾਰ ਸੋ ਸਰਬ ਸੁਹਾਗਣ। ਜਿਹੜੀ ਪਤੀ ਪਰਮੇਸ਼ਰ ਦੀ ਮਹਾਤਮਾ ਰੂਪ ਇਸਤਰੀ ਹੈ, ਉਹ ਸਭ ਤਰ੍ਹਾਂ ਕਰਕੇ ਸੁਹਾਗਵੰਤੀ ਹੈ। ਰਾਂਡ ਨਾ ਮੈਲਾ ਵਿਸੇ। ਉਹ ਕਦੇ ਵੀ ਰੰਡੀ ਨਹੀਂ ਹੁੰਦੀ, ਭਾਵ ਨਿਸ਼ਰਵਾਦੀ ਨਾਸਤਕ ਨਹੀਂ ਹੁੰਦੀ, ਤੇ ਨਾ ਹੀ ਉਹਦੇ ਅੰਤਿਕਰਨ ਦਾ ਲਿਬਾਸ ਮਲੀਨ ਹੁੰਦਾ ਹੈ। ਭਾਵ ਅੰਤਿਕਰਨ ਕਾਮ ਕ੍ਰੋਧ ਆਦਿਕ ਦੇ ਸੰਯੁਕਤ ਨਹੀਂ ਹੁੰਦਾ। ਜਾਂ ਰਾਂਡਣ ਮੈਲੇ ਵੇਸੇ, ਰੰਡ ਰੰਡੀਆਂ ਭਾਵ ਦੁਹਾਗਣਾਂ ਦੇ ਅੰਤਿਕਰਨ ਦੇ ਵੇਸ ਮਿਲੇ ਨੇ, ਭਾਵ ਕਾਮ ਕ੍ਰੋਧ ਆਦਿਕਾਂ ਦੇ ਸੰਯੁਕਤ ਹਨ। ਨਾਨਕ ਮੈਂ ਵਰ ਸਾਚਾ ਭਾਵੈ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਇਹ ਸਗੀਏ, ਜਿਵੇਂ ਮੈਨੂੰ ਸੱਚਾ ਪਤੀ ਪਰਮੇਸ਼ਰ ਪਾਉਂਦਾ ਹੈ। ਜੁਗ ਜੁਗ ਪ੍ਰੀਤਮ ਤੈਸੇ। ਤੈਸੇ ਹੀ ਜੁਗਾਂ ਜੁਗਾਂ ਵਿੱਚ ਪਿਆਰੇ ਮਹਾਤਮਾ ਨੂੰ ਪਤੀ ਪਰਮੇਸ਼ਰ ਪਾਉਂਦਾ ਹੈ। ਜਿਵੇਂ ਸਾਹਾ ਸੋਧ ਕੇ ਲਗਨ ਗਿਣੇ ਜਾਂਦੇ ਨੇ, ਭਾਵ ਜੋਸ਼ੀ ਦੱਸਦੇ ਨੇ ਕਿ ਕਿਹੜਾ ਲਗਨ ਹੈ। ਸੋ ਭਾਵ ਮੂਰਤ ਚੰਗਾ ਹੈ ਜਾਂ ਮਾੜਾ ਹੈ, ਉਸੇ ਵਾਰਤਾ ਨੂੰ ਸਤਿਗੁਰੂ ਜੀ ਅੰਤਰੀ ਭਾਵ ਦੇ ਸਮਝਾਉਂਦੇ ਨੇ। ਬਾਬਾ ਲਗਨ ਗਣਾਏ। ਜੀਵ ਰੂਪ ਇਸਤਰੀ ਗੁਰਾਂ ਨੂੰ ਕਹਿੰਦੀ ਹੈ ਕਿ ਹੇ ਬਾਬਾ ਪਿਤਾ ਰੂਪ ਸਤਿਗੁਰੂ, ਜਿਹੜੀ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾਉਣੀ ਹੈ, ਇਹੀ ਇੱਕ ਮੁਹੂਰਤ ਗਿਣਾਵੋ ਜਾਂ ਇਹੀ ਲਗਨ ਵਿਚਾਰੋ ਕਿ ਮੇਰੀ ਲੇਵ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਲੱਗ ਜਾਵੇ। ਹੰ ਭੀ ਵੰਨਾ ਸਹੁਰੈ। ਤਾਂ ਜੋ ਮੈਂ ਵੀ ਪਰਲੋਕ ਰੂਪੀ ਸਹੁਰੇ ਘਰ ਨੂੰ ਦੇਹ ਦਿਆ ਛੱਡ ਕੇ ਜਾਣਾ ਕਰਾਂ। ਬਲ ਰਾਮ ਜੀਓ। ਇਹ ਪਿਆਰੇ ਜੀ, ਮੈਂ ਆਪ ਜੀ ਦੇ ਉੱਪਰੋਂ ਬਲਿਹਾਰ ਜਾਂਦੀ ਹਾਂ, ਜਾਂ ਮੈਂ ਬਲਿਹਾਰ ਜਾਣੇ ਯੋਗ ਪਰਮੇਸ਼ਰ ਦੇ ਸੱਚਖੰਡ ਦਰਬਾਰ ਦੇ ਵਿੱਚ ਜਾਣਾ ਕਰਾਂ, ਜਾਂ ਜੋ ਹਰੀ ਪਰਲੋਕ ਰੂਪ ਸਹੁਰੇ ਘਰ ਆਦਿਕ ਤੋਂ ਪਰੇ ਹੈ, ਉਹਦੇ ਸਰੂਪ ਦੇ ਵਿੱਚ ਭੇਦ ਹੋ ਜਾਵਾਂ। ਸਾਹਾ ਹੁਕਮ ਰਜਾਈ। ਜਿਹੜਾ ਆਗਿਆ ਕਰਨ ਵਾਲੇ ਪਰਮੇਸ਼ਰ ਦਾ ਹੁਕਮ ਮੰਨਣਾ, ਇਹੀ ਸਾਹਾ ਸੋਧਣਾ ਹੈ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਏਕ ਓੰਕਾਰ। ਸਾਹੇ ਚਿੱਠੀ ਕੋਈ ਲਗਨ ਸਗਨ ਕਰਨ ਦੀ ਆਗਿਆ ਨਹੀਂ ਹੈ, ਜੋ ਕਿ ਉੱਪਰ ਇੱਕ ਓੰਕਾਰ ਸਤਿਗੁਰ ਸਰਲੇਖ ਲੈ ਕੇ ਹੇਠਾਂ ਜੋ ਵੀ ਦਿਨ ਵਾਰ ਦੋਵਾਂ ਧਿਰਾਂ ਨੂੰ ਚੰਗਾ ਲੱਗੇ, ਕੋਈ ਛੁੱਟੀ ਆਦਿਕ ਦਾ ਦਿਨ, ਉਹ ਨਿਯਤ ਕਰਕੇ ਲਿਖ ਦਿੱਤਾ ਜਾਏ। ਸੋ ਜਿਹੜਾ ਆਗਿਆ ਕਰਨ ਵਾਲਾ ਪਰਮੇਸ਼ਰ ਦਾ ਹੁਕਮ ਮੰਨਣਾ, ਇਹੀ ਸਾਹ ਸੋਧਣਾ। ਹੁਕਮਨਾਮਾ ਲਓ, ਜੋ ਹੁਕਮ ਪਰਮੇਸ਼ਰ ਕਰਦਾ, ਉਹ ਹੁਕਮ ਕਦੇ ਟਲਦਾ ਨਹੀਂ ਹੈ।
ਇਸੇ ਪ੍ਰਕਾਰ ਸਾਹਾ ਹੁਕਮ ਰਜਾਏ ਜੋ ਪਰਮੇਸ਼ਰ ਨੇ ਆਪਣੇ ਹੁਕਮ ਦੇ ਅੰਦਰ ਰਾਜੀ ਹੋ ਕੇ ਚੱਲਣ ਨੂੰ ਸਾਹਾ ਮੁਕਰ ਕਰ ਦਿੱਤਾ। ਜੋ ਸਾਹਾ ਭਾਵ ਜੀਵਤ ਭਾਵ ਤੋਂ ਮਰ ਕੇ ਮੁਕਤ ਹੋਣ ਦਾ ਸਮਾਂ ਮੁਕਰਰ ਕੀਤਾ ਹੈ, ਉਹ ਟਲ ਨਹੀਂ ਸਕਦਾ। ਇਸੇ ਪ੍ਰਕਾਰ ਸਾਹਾ ਹੁਕਮ ਰਜਾਏ ਜਿਸ ਨੂੰ ਪਰਮੇਸ਼ਰ ਆਪਣੇ ਵਿੱਚ ਭੇਦ ਕਰ ਲੈਂਦਾ ਹੈ, ਉਹ ਕਦੇ ਵੀ ਆਨੰਦ ਟਲਦਾ ਨਹੀਂ ਹੈ। ਸੋ ਨਾ ਟਲੈ ਜੋ ਪ੍ਰਭ ਕਰੈ। ਇਹ ਪਿਆਰੇ ਜੀ, ਜੋ ਪਰਮੇਸ਼ਰ ਆਨੰਦ ਦੇਣਾ ਕਰਦਾ ਹੈ, ਉਹ ਆਨੰਦ ਕਦੇ ਵੀ ਟਲਦਾ ਨਹੀਂ ਹੈ। ਬਾਲਰਾਮ ਜੀਓ ਐਸੇ ਪਰਮੇਸ਼ਰ ਦੇ ਉੱਪਰੋਂ ਬਲਿਹਾਰ ਜਾਈਏ ਜੋ ਜੰਮਣ ਤੇ ਮਰਨ ਤੋਂ ਰਹਿਤ ਕਰ ਲੈਂਦਾ ਹੈ। ਕਿਰਤ ਪਾਇਆ ਕਰਤਾ ਕਰ ਪਾਇਆ। ਜਿਸ ਦੇ ਪਿਛਲੇ ਕਿਰਤ ਕੀਤੇ ਨਿਸ਼ਕਾਮ ਕਰਮਾਂ ਦਾ ਸਦਕਾ ਕੀਰਤਨ ਭਗਤੀ ਕਰਨ ਦਾ ਕਰਮ ਪਿਆ ਹੋਇਆ ਹੈ, ਉਹਦੇ ਅੰਤःਕਰਨ ਮੱਥੇ ਦੇ ਉੱਪਰ ਕਰਤਾ ਕਰ ਪਾਇਆ। ਕਰਤਾ ਰਚਨਾ ਹਰ ਪਰਮੇਸ਼ਰ ਨੇ ਕਿਰਪਾ ਕਰਕੇ ਆਪਣੀ ਪ੍ਰਾਪਤੀ ਦਾ ਲੇਖ ਲਿਖ ਕੇ ਪਾਉਣਾ ਕੀਤਾ ਹੈ। ਮੀਟ ਨਾ ਸਕੈ ਕੋਈ ਜਿਸ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਵਿਘਨ ਪਾ ਕੇ ਮਿਟਾ ਨਹੀਂ ਸਕਦਾ। ਲੇਖ ਨਾ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ। ਕਰਤਾਰ ਨੇ ਜੋ ਬਖਸ਼ਿਸ਼ ਦਾ ਰਹਿਮਤ ਦਾ ਲੇਖ ਲਿਖਿਆ ਹੋਇਆ ਹੈ। ਕਰਤੇ ਪੁਰਖ ਨੇ ਜੀਵਾਂ ਦੇ ਮੱਥੇ 'ਤੇ ਕਰਮ ਲਿਖ ਕੇ ਪਾਉਣਾ ਕੀਤਾ ਹੈ। ਉਹਦੇ ਅਨੁਸਾਰ ਫਲ ਭੋਗੇ ਤੋਂ ਬਿਨਾਂ ਉਹਨੂੰ ਕੋਈ ਵੀ ਮਿਟਾ ਨਹੀਂ ਸਕਦਾ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਲਿਖਿਆ ਜਿਹੜਾ ਲੇਖ ਹੈ, ਇਹ ਸਖੀ ਉਹ ਭੋਗਣਾ ਹੀ ਪੈਂਦਾ ਹੈ। ਇਹ ਸਤਿਗੁਰੂ ਜੀ ਜਿਵੇਂ ਵਿਆਹ ਦੇ ਵਿੱਚ ਚਾਂਜੀ ਵੀ ਹੁੰਦੇ ਨੇ, ਤਿਵੇਂ ਇਸ ਅੰਤਰੀ ਵਿਆਹ ਦੇ ਵਿੱਚ ਜਾਂਜੀ ਕਿਹੜੇ ਨੇ ਤਾਂ ਗੁਰੂ ਸਾਹਿਬ ਉੱਤਰ ਬਖਸ਼ਦੇ ਹਨ। ਜਾਨੀ ਨਾਉ ਨਰਹੈ ਨਿਹ ਕੇਵਲਾ। ਜੋ ਨਿਯੰਤਾ ਸ਼ੁੱਧ ਸਰੂਪ ਪਰਮੇਸ਼ਰ ਦੇ ਨਾਮ ਨੇ, ਇਹੀ ਜਾਂਜੀ ਬਰਾਤੀ ਨੇ। ਜਾਂ ਨਾਮ ਜਪਣ ਵਾਲੇ ਮਹਾਤਮਾ ਉਸ ਦੇ ਜਾਂਜੀ ਹਨ। ਉਹ ਪਰਮੇਸ਼ਰ ਕੈਸਾ ਹੈ। ਰਵ ਰਹਿਆ ਤਿਹੁ ਲੋਈ। ਉਹ ਪਰਮੇਸ਼ਰ ਤਿੰਨਾਂ ਲੋਕਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ। ਜਿਸ ਸਮੇਂ ਲੜਕੀ ਵਿਆਹ ਹੋਣ ਤੋਂ ਬਾਅਦ ਸਹੁਰੇ ਘਰ ਨੂੰ ਜਾਂਦੀ ਹੈ, ਤਦੋਂ ਦੀ ਮਾਂ ਰੋਂਦੀ ਹੈ। ਉਸੇ ਅਲੰਕਾਰ ਦੁਆਰਾ ਗੁਰੂ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ। ਮਾਈ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲੈ ਹਿਤੇ। ਜਦੋਂ ਬਾਲੀ ਲੜਕੀ ਇਸਤਰੀ ਦਾ ਵਿਆਹ ਹੋਣ ਤੋਂ ਬਾਅਦ ਪਲ ਲੜਕੇ ਉਹ ਆਪਦੇ ਪਤੀ ਨਾਲ ਹਿਤੇ ਪਿਆਰ ਪੈ ਜਾਂਦਾ ਹੈ, ਤਾਂ ਫਿਰ ਜਿਹੜੀ ਮਾਂ ਹੈ ਉਹ ਨਿਰਾਸ਼ੀ ਹੋਈ ਵਿਛੜ ਕੇ ਰੋਂਦੀ ਹੈ। ਇਸੇ ਪ੍ਰਕਾਰ ਮਾਏ ਨਿਰਾਸੀ ਰੋਏ ਵਿਛੁੰਨੀ। ਜਦੋਂ ਮਾਂ ਆਪਣੀ ਲੜਕੀ ਨੂੰ ਸਹੁਰੇ ਘਰ ਤੋਰ ਦਿੰਦੀ ਹੈ, ਤਦੋਂ ਨਿਰਾਸ਼ਤਾ ਦੀ ਸਹਿਤ ਵਿਛੜ ਕੇ ਰੋਂਦੀ ਹੈ। ਬਾਲੀ ਬਾਲੈ ਹਿਤੇ। ਅਤੇ ਉਧਰ ਸਹੁਰੇ ਘਰ ਜਾ ਕੇ ਲੜਕੀ ਦਾ ਲੜਕੇ ਨਾਲ ਪਿਆਰ ਪੈ ਜਾਂਦਾ ਹੈ। ਇਸੇ ਪ੍ਰਕਾਰ ਮਾਈ ਨਿਰਾਸੀ ਰੋਏ ਵਿਛੁੰਨੀ। ਜਗਿਆਸੂ ਰੂਪ ਲੜਕੀ ਦਾ
ਚੇਤਨ ਬ੍ਰਹਮ ਰੂਪ ਲੜਕੇ ਨਾਲ ਪਿਆਰ ਪੈ ਜਾਂਦਾ ਹੈ। ਬਾਲੀ ਬਾਲੈ ਹਿਤੇ ਤਾਂ ਫਿਰ ਮਾਇਆ ਨਿਰਾਸ਼ ਹੋਈ ਰੋਂਦੀ ਹੈ ਕਿ ਜੀਵ ਮੇਰੇ ਜਾਲ ਤੋਂ ਬਾਹਰ ਹੋ ਗਿਆ ਹੈ। ਨਾਨਕ ਸਾਚ ਸਾਬਦ ਸੁਖ ਮਹਿਲੀ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਿਸ ਨੇ ਗੁਰ ਚਾਰਣੀ ਪ੍ਰਭ ਚੇਤੇ ਸਤਿਗੁਰਾਂ ਦੇ ਚਰਨੀ ਲਾਗੇ ਸੱਚੇ ਉਪਦੇਸ਼ ਦੁਆਰਾ ਗੁਰ ਚਾਰਣੀ ਪ੍ਰਭ ਚੇਤੇ ਜਿਸ ਨੇ ਸਤਿਗੁਰਾਂ ਦੇ ਚਰਨੀ ਲਾਗੇ ਵਾਹਿਗੁਰੂ ਨੂੰ ਯਾਦ ਕੀਤਾ ਹੈ ਉਹਨੂੰ ਸੱਚਖੰਡ ਰੂਪ ਮਹੱਲਾਂ ਦੇ ਵਿੱਚ ਰਹਿਣ ਵਾਲੇ ਸੱਚੇ ਬ੍ਰਹਮ ਦੀ ਪ੍ਰਾਪਤੀ ਦਾ ਸੁਖ ਪ੍ਰਾਪਤ ਹੁੰਦਾ ਹੈ। ਜਿਵੇਂ ਸਿਆਣੇ ਮਾਪੇ ਲੜਕੀ ਦਾ ਵਿਆਹ ਦੂਰ ਕਰਦੇ ਨੇ ਕਿ ਲੜਕੀ ਸਹੁਰੇ ਘਰ ਤੋਂ ਰੁੱਸ ਕੇ ਕਿਤੇ ਰੋਜ਼ ਹੀ ਨਾ ਪੇਕੇ ਘਰ ਵੜੀ ਰਹੇ। ਵਿਆਹ ਦਾ ਕੀ ਫਾਇਦਾ ਜੇ ਪੇਕੇ ਘਰ ਹੀ ਤੁਰੇ ਰਹਿਣਾ। ਇਸ ਲਈ ਰਿਸ਼ਤੇਦਾਰੀ ਉਹ ਹੁੰਦੀ ਜਿਹੜੀ ਦੂਰ ਦੀ ਹੋਏ, ਘਰ ਦੇ ਨੇੜੇ ਰਿਸ਼ਤੇਦਾਰੀ ਨਹੀਂ ਹੋਣੀ ਚਾਹੀਦੀ। ਤੇ ਮਿੰਟ ਕੁ ਬਾਅਦ ਲੜਕੇ ਘਰ ਨੂੰ ਆ ਜਾਏ, ਇਸ ਤਰ੍ਹਾਂ ਚੰਗੇ ਨਹੀਂ ਲੱਗੀਦਾ। ਬਾਬੁਲ ਦਿਤੜੀ ਦੂਰ ਜਿਵੇਂ ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਨੂੰ ਆਖਿਆ ਸੀਗਾ ਕਿ ਬਿਨ ਬੁਲਾਏ ਸਾਡੇ ਘਰ ਨਹੀਂ ਆਉਣਾ। ਜਦ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਾਲ ਲੈ ਕੇ ਆਈ ਤੇ ਫਿਰ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਬੀਬੀ ਤੈਨੂੰ ਤਾਂ ਅਸੀਂ ਬੁਲਾਇਆ ਨਹੀਂ, ਤੂੰ ਕਿਵੇਂ ਆ ਗਈ ਹੈ? ਕਿਤੇ ਲੜਕੇ ਤਾਂ ਨਹੀਂ ਆਈ? ਫਿਰ ਜਿਨ੍ਹਾਂ ਨੂੰ ਨਾਲ ਲਿਆਂਦਾ ਉਹਨਾਂ ਨੂੰ ਨਾਲ ਕਿਉਂ ਨਹੀਂ ਲੈ ਕੇ ਆਈ? ਜਾ ਲੈ ਕੇ ਆ। ਫਿਰ ਤਾਂ ਬਿਆਣਾ ਸਾਹਿਬ ਗੁਰੂ ਸਾਹਿਬ ਬਿਠਾਏ, ਨਾਲ ਲੈ ਕੇ ਗਈ। ਇਉਂ ਜਿਸ ਮਾਂ ਪਿਓ ਦੀ ਇਹ ਸਿੱਖਿਆ ਹੋਵੇਗੀ ਉਹਦੀ ਲੜਕੀ ਆਪ ਦੇ ਸਹੁਰੇ ਘਰ ਸੁੱਖ ਦੇ ਨਾਲ ਰਹੇਗੀ। ਪਰ ਜਿਹੜੀ ਮਾਂ ਦੀ ਸਿੱਖਿਆ ਹੀ ਵੈਸੀ ਹੈ ਵੀ ਕਿਸੇ ਦੀ ਗੱਲ ਸਹਾਰਨੀ ਨਹੀਂ, ਕੋਈ ਕੁਛ ਕਹਿੰਦਾ ਰਹੇ ਆਖੇ ਨਹੀਂ ਲੱਗਣਾ। ਇਹ ਬਹੁਤੀ ਗੱਲ ਹੋਵੇ ਤੂੰ ਮੇਰੇ ਕੋਲ ਆ ਜਾਏ, ਇਸ ਤਰ੍ਹਾਂ ਗੱਲ ਨਹੀਂ ਬਣਦੀ। 100 ਦੇ ਵਿੱਚੋਂ 90 ਘਰ ਮਾਵਾਂ ਤੋੜ ਦਿੰਦੀਆਂ ਨੇ ਆਪਦੀ ਸਗੀ ਧੀ ਰਾਣੀ ਦੀਆਂ। ਤੋ ਇੰਝ ਮਹਾਰਾਜ ਘਰ ਤੋਂ ਦ੍ਰਿਸ਼ਟਾਂਤ ਪ੍ਰਾਰੰਭ ਕਰਦੇ ਨੇ। ਬਾਬੁਲ ਦਿਤੜੀ ਦੂਰ ਗੁਰੂ ਰੂਪੀ ਪਿਤਾ ਨੇ ਜੀਵ ਰੂਪ ਪੁੱਤਰੀ ਦੇਸ਼ ਕਾਲ ਵਸਤੂ ਪ੍ਰਸ਼ੇਦ ਸੇ ਰਹਿਤ ਪਤੀ ਪਰਮੇਸ਼ਰ ਨੂੰ ਦੂਰ ਵਿਆਹ ਦਿੱਤੀ ਹੈ। ਭਾਵ ਬ੍ਰਹਮਾ ਘਰ ਬਿਰਤੀ ਕਰਕੇ ਹਰੀ ਦੇ ਸਰੂਪ ਦੇ ਵਿੱਚ ਅਭੇਦ ਕਰ ਦਿੱਤੀ ਹੈ। ਨਾ ਆਵੇ ਘਰ ਪਈਐ ਤਾਂ ਫਿਰ ਇਸ ਮਾਤ ਲੋਕ ਰੂਪ ਪੇਕੇ ਘਰ ਦੇ ਵਿੱਚ ਜਨਮ ਧਾਰ ਕੇ ਨਾ ਹੀ ਆਵੇ, ਭਾਵ ਮੁਕਤ ਹੋ ਜਾਵੇ। ਬਲ ਰਾਮ ਜੀਓ ਇਹ ਪਿਆਰੇ ਜੀ, ਮੈਂ ਪਰਮੇਸ਼ਰ ਤੋਂ ਬਲਿਹਾਰ ਜਾਂਦਾ ਹਾਂ। ਰਹਿਸੀ ਵੇਖਾ ਦੂਰ ਇਹ ਪਿਆਰੇ ਜੀ, ਉਹ ਪਤੀ ਪਰਮੇਸ਼ਰ ਨੂੰ ਸਾਖਿਆਤ ਵੇਖ ਕੇ ਪ੍ਰਸੰਨ ਹੁੰਦੀ ਹੈ। ਫਿਰ ਰਾਵੀ ਘਰ ਸੋਹੀਐ ਪਤੀ ਪਰਮੇਸ਼ਰ ਦੇ ਆਨੰਦ ਨੂੰ ਮਾਣਦੀ ਹੈ, ਜਿਸ ਕਰਕੇ ਉਸ ਦਾ ਹਿਰਦਾ ਵੀ ਸ਼ੋਭਨੀਕ ਹੋ ਗਿਆ ਹੈ। ਬਲ ਰਾਮ ਜੀਓ ਜਾਂ ਬਲਿਹਾਰ ਜਾਣੇ ਯੋਗ ਪਤੀ ਪਰਮੇਸ਼ਰ ਦੇ ਸੱਚਖੰਡ ਰੂਪੀ ਘਰ ਦੇ ਵਿੱਚ ਸ਼ੋਭਾ ਪਾਉਂਦੀ ਹੈ। ਇਸੇ ਪ੍ਰਕਾਰ ਰਹਿਸੀ ਵੇਖਾ ਦੂਰ ਉਹ ਜੀਵ ਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਹਦੂਰ ਨੇੜੇ ਵੇਖ ਕੇ ਰਹਿਸੀ ਆਨੰਦਿਤ ਹੁੰਦੀ ਹੈ ਅਤੇ ਪਤੀ ਨੇ ਉਹ ਰਾਵੀ ਹੈ, ਮਾਣੀ ਹੈ। ਫਿਰ ਰਾਵੀ ਘਰ ਸੋਹੀਐ ਪਰੀ ਦੇ ਆਨੰਦ ਨੂੰ ਉਹਨੇ ਮਾਣਿਆ ਜਿਵੇਂ ਸਹੁਰੇ ਘਰ ਵਿੱਚ ਲੜਕੀ ਸ਼ੋਭਦੀ ਹੈ, ਤਿਵੇਂ ਇਸ ਰੂਪ ਰੂਪੀ ਘਰ ਵਿੱਚ ਜੀਵ ਰੂਪ ਇਸਤਰੀ ਸ਼ੋਭਦੀ ਹੈ। ਇਸੇ ਪ੍ਰਕਾਰ ਰਹਿਸੀ ਵੇਖਾ ਦੂਰ ਫਿਰ ਰਾਵੀ ਘਰ ਸੋਹੀਐ
ਬਲਰਾਮ ਜੀਓ। ਸ਼ੋਭਨੀਕ ਸਰੂਪ ਰੂਪੀ ਘਰ ਵਾਲਾ ਜੋ ਪਿਰੀ ਹੈ ਉਹ ਤਿਸ ਨੇ ਰਾਵੀ ਹੈ, ਤੇ ਉਸ ਪਿਰੀ ਨੂੰ ਨੇੜੇ ਵੇਖ ਕੇ ਜੀਵ ਰੂਪ ਇਸਤਰੀ ਪ੍ਰਸੰਨ ਹੁੰਦੀ ਹੈ। ਉਹ ਬਲਿਹਾਰ ਜਾਣੇ ਯੋਗ ਪਤੀ ਪਰਮੇਸ਼ਰ ਦੇ ਸੱਚਖੰਡ ਰੂਪੀ ਘਰ ਵਿੱਚ ਸ਼ੋਭਾ ਪਾਉਂਦੀ ਹੈ। ਸਾਚੇ ਪਿਰ ਲੋੜੀ ਜਦ ਸੱਚੇ ਪਤੀ ਪਰਮੇਸ਼ਰ ਨੂੰ ਜੀਵ ਰੂਪ ਇਸਤਰੀ ਚਾਹੀ, ਪ੍ਰੀਤਮ ਜੋੜੀ ਤਦ ਜੀਵ ਰੂਪ ਇਸਤਰੀ ਪਿਆਰੇ ਗੁਰਾਂ ਦੇ ਨਾਲ ਜੋੜੀ ਮੇਲੀ। ਜਾਂ ਇਸੇ ਪ੍ਰਕਾਰ ਸਾਚੇ ਪਿਰ ਲੋੜੀ ਜਿਹੜੀ ਜੀਵ ਰੂਪ ਇਸਤਰੀ ਸੱਚੇ ਪਤੀ ਪਰਮੇਸ਼ਰ ਦੇ ਦਰਸ਼ਨਾਂ ਨੂੰ ਦੇਖਣਾ ਚਾਹੁੰਦੀ ਹੈ, ਪ੍ਰੀਤਮ ਜੋੜੀ ਉਹਦੀ ਪਿਆਰੇ ਗੁਰਾਂ ਨੇ ਬ੍ਰਹਮਗਿਆਨ ਬਿਰਤੀ ਬਣਾ ਕੇ ਪਿਰੀ ਦੇ ਨਾਲ ਲਿਵ ਜੋੜੀ ਹੈ। ਮਤ ਪੂਰੀ ਪਰਦਾਨੇ ਜਿਸ ਕਰਕੇ ਪ੍ਰਤੱਖ ਚੇਤਨ ਤੇ ਅਦਵੈਤ ਆਨੰਦ ਜਾਂ ਆਭਾਸ ਬਿਰਤੀ ਤੇ ਸਾਖੀ ਚੇਤਨ ਦੀ ਇਕਤਾ ਹੋ ਗਈ। ਪਰ ਉਹ ਜੀਵ ਰੂਪ ਇਸਤਰੀ ਦੁਨੀਆ ਦੇ ਵਿੱਚ ਪੂਰਨ ਅਕਲ ਵਾਲੀ ਤੇ ਪਰਲੋਕ ਦੇ ਵਿੱਚ ਵੀ ਮੁਖੀ ਹੋਈ ਹੈ। ਸੰਜੋਗੀ ਮੇਲਾ ਥਾਨ ਸੁਹੇਲਾ ਉਹ ਆਤਮ ਸ਼ੈਣੀ ਮਤ ਵਾਲੀ ਤੇ ਕਾਮ ਕ੍ਰੋਧ ਵਿਕਾਰਾਂ ਨੂੰ ਜਿੱਤ ਕੇ ਲੋਕ ਪਰਲੋਕ ਦੇ ਵਿੱਚ ਪ੍ਰਧਾਨ ਹੋਈ ਹੈ। ਜਦੋਂ ਸ੍ਰੇਸ਼ਟ ਕਰਮਾਂ ਦੇ ਮਿਲਾਪ ਸੰਜੋਗ ਕਰਕੇ ਸਤ ਸੰਗਤ ਰੂਪ ਸ਼ੋਭਨੀਕ ਥਾਂ ਦੇ ਵਿੱਚ ਮਿਲਾਪ ਪ੍ਰਾਪਤ ਹੋਇਆ ਤਾਂ ਗੁਰਾਂ ਦੇ ਦਿੱਤੇ ਗੁਣਵੰਤੀ ਗੁਰ ਗਿਆਨੇ ਗੁਰਾਂ ਦੇ ਦਿੱਤੇ ਗਿਆਨ ਦੁਆਰਾ ਗੁਣਾਂ ਵਾਲੀ ਹੋਈ। ਜਾਂ ਇਸੇ ਪ੍ਰਕਾਰ ਸੰਜੋਗੀ ਮੇਲਾ ਥਾਨ ਸੁਹੇਲਾ ਜਦ ਪੂਰਬਲੇ ਨਿਸ਼ਕਾਮ ਕਰਮਾਂ ਦੇ ਸੰਜੋਗ ਕਰਕੇ ਪੂਰੇ ਗੁਰਾਂ ਦਾ ਮੇਲਾ ਹੋਇਆ ਤਾਂ ਅੰਤःਕਰਨ ਰੂਪੀ ਸੁਹੇਲਾ ਜਿਹੜਾ ਥਾਂ ਸੀ ਸ਼ੋਭਨੀਕ ਹੋ ਗਿਆ। ਗੁਣਵੰਤੀ ਗੁਰ ਗਿਆਨੇ ਅਤੇ ਗੁਰਾਂ ਤੋਂ ਪ੍ਰੋ ਗਿਆਨ ਦੀ ਪ੍ਰਾਪਤੀ ਕਰਕੇ ਸਤ ਸੰਤੋਖ ਆਦਿਕ ਸ਼ੁਭ ਗੁਣਾਂ ਵਾਲੀ ਹੋ ਗਈ। ਸਤ ਸੰਤੋਖ ਸਦਾ ਸੱਚ ਪੱਲੇ ਜੋ ਸਤ ਸੰਤੋਖ ਆਦਿਕ ਗੁਣਾਂ ਦੇ ਸਹਿਤ ਹੋ ਕੇ ਹਮੇਸ਼ਾ ਸੱਚੇ ਨਾਮ ਨੂੰ ਬੁੱਧੀ ਰੂਪ ਪੱਲੇ ਦੇ ਵਿੱਚ ਧਾਰਨ ਕਰਕੇ ਰੱਖਦੀ ਹੈ। ਸੱਚ ਬੋਲੇ ਪਿਰ ਭਾਏ ਅਤੇ ਮੁਖੋਂ ਸੱਚੇ ਬਚਨ ਬੋਲਦੀ ਹੈ। ਉਹੀ ਪਤੀ ਪਰਮੇਸ਼ਰ ਨੂੰ ਭਾਉਂਦੀ ਚੰਗੀ ਲੱਗਦੀ ਹੈ। ਨਾਨਕ ਵਿਛੜਨਾ ਦੁਖ ਪਾਏ। ਸਤਿਗੁਰੂ ਜੀ ਕਥਨ ਕਰਦੇ ਨੇ ਕਿਉਂਕਿ ਉਹ ਜੀਵ ਰੂਪ ਇਸਤਰੀ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰਮਤਿ ਅੰਕ ਸਮਾਏ। ਗੁਰ ਸਿੱਖਿਆ ਦੁਆਰਾ ਪਤੀ ਦੇ ਸੱਚੇ ਸਰੂਪ ਦੇ ਵਿੱਚ ਸਮਾਈ ਹੈ, ਜਿਸ ਕਰਕੇ ਉਹ ਪਤੀ ਪਰਮੇਸ਼ਰ ਤੋਂ ਜੁਦਾ ਹੋ ਕੇ ਫਿਰ ਜੰਮਣ ਮਰਨ ਦੇ ਦੁੱਖ ਨੂੰ ਨਹੀਂ ਪਾਵੇਗੀ। ਜਾਂ ਜੇ ਜਗਿਆਸੂ ਦੇ ਹਿਰਦੇ ਵਿੱਚ ਗੁਰਾਂ ਦੀ ਸਿੱਖਿਆ ਸਮਾ ਜਾਏ ਉਹ ਵਿਛੜ ਕਰਕੇ ਕਦੇ ਦੁੱਖ ਨਹੀਂ ਪਾਉਂਦਾ। ਰਾਗ ਸੂਹੀ ਮਹਲਾ ਪਹਿਲਾ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਰਤਾਰਪੁਰ ਸਾਹਿਬ ਦੇ ਵਿੱਚ ਬਿਰਾਜਮਾਨ ਹਨ। ਸੰਗਤਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਸੰਤਾਂ ਮਹਾਤਮਾ ਦੇ ਦਰਸ਼ਨ ਹੋਣ ਦੀ ਮਹਿਮਾ ਬਾਰੇ ਜਾਂ ਹਿਰਦੇ ਵਿੱਚ ਸ਼ੁਭ ਗੁਣ ਆਉਣ ਦੀ ਮਹੱਤਤਾ ਦੱਸਦੇ ਹਾਂ। ਸੂਹੀ ਰਾਗ ਵਿੱਚ ਪਾਵਨ ਸ਼ਬਦ ਉਚਾਰਦੇ ਨੇ। ਛੰਤ ਘਰ ਦੂਜਾ ਦੂਜੇ ਸੁਰ ਤਾਲ ਦੇ ਵਿੱਚ ਇਹ ਜਸ ਰੂਪ ਮਹਿਮਾ ਰੂਪ ਬਾਣੀ ਉਚਾਰਨ ਕਰਦੇ ਨੇ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤ ਗੁਰ ਪ੍ਰਸਾਦ ਸਤ ਹੈ, ਚਿਤ ਹੈ, ਆਨੰਦ ਰੂਪ ਹੈ।
ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਹਮ ਘਰ ਸਾਜਨ ਆਏ, ਜਦੋਂ ਸਾਡੇ ਘਰ ਪਿਆਰੇ ਸੱਜਣ ਮਹਾਂਪੁਰਖ ਗੁਰਸਿੱਖਾਂ ਨੇ ਆ ਕੇ ਦਰਸ਼ਨ ਦਿੱਤੇ, ਸਾਚੈ ਮੇਲ ਮਿਲਾਏ, ਤਾਂ ਸਾਡਾ ਘਰ ਭਾਗਾਂ ਵਾਲਾ ਬਣ ਗਿਆ। ਸਹਿਜ ਇਸੇ ਮੇਲ ਪ੍ਰਕਾਰ ਹਮ ਘਰ ਸਾਜਨ ਆਏ, ਜਦੋਂ ਅਸੀਂ ਸੱਜਣ ਸੰਤਾਂ ਦੇ ਘਰ ਆਏ, ਮਤਲਬ ਗੁਰਦੁਆਰੇ ਆਏ ਜਾਂ ਸੰਤਾਂ ਦੀ ਸੰਗਤ ਵਿੱਚ ਆਏ, ਜਾਂ ਮਹਾਰਾਜ ਕਹਿੰਦੇ ਨੇ ਸਾਚੈ ਮੇਲ ਮਿਲਾਏ, ਤਾਂ ਸੰਤਾਂ ਭਗਤਾਂ ਨੇ ਸੱਚੇ ਸਤਿਗੁਰਾਂ ਦੇ ਮੇਲ ਵਿੱਚ ਸਾਨੂੰ ਮਿਲਾ ਦਿੱਤਾ, ਜਾਂ ਸੰਤਾਂ ਭਗਤਾਂ ਨੇ ਸੱਚੇ ਸਤਿਗੁਰਾਂ ਦੇ ਨਾਲ ਸਾਡਾ ਮਿਲਾਪ ਕਰਵਾ ਦਿੱਤਾ, ਤੇ ਸਤਿਗੁਰਾਂ ਨੇ ਨਾਮ ਦਾ ਉਪਦੇਸ਼ ਦੇ ਕੇ ਸਤ ਸਰੂਪ ਨਾਲ ਮਿਲਾ ਦਿੱਤਾ। ਸਹਿਜ ਮਿਲਾਏ ਹਰ ਮਨ ਭਾਏ, ਜਦ ਹਰੀ ਪਰਮੇਸ਼ਰ ਦੇ ਮਨ ਦੇ ਵਿੱਚ ਭਾ ਗਏ, ਤਾਂ ਪਰਮੇਸ਼ਰ ਨੇ ਹਿਰਦੇ ਵਿੱਚ ਸ਼ਾਂਤੀ ਆਦਿ ਗੁਣਾਂ ਨੂੰ ਮਿਲਾ ਦਿੱਤਾ। ਪੰਚ ਮਿਲੇ ਸੁਖ ਪਾਇਆ, ਮਹਾਤਮਾ ਜਿਨ੍ਹਾਂ ਦੀ ਸੰਗਤ ਨਾਲ ਮਿਲ ਕੇ ਆਤਮਿਕ ਆਨੰਦ ਨੂੰ ਪਾਇਆ। ਇਸੇ ਪ੍ਰਕਾਰ ਸਹਿਜ ਮਿਲਾਏ ਹਰ ਮਨ ਭਾਏ, ਸਾਨੂੰ ਸੁਤੇ ਸਿਧ ਹੀ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਨਾਲ ਮਿਲਾ ਦਿੱਤਾ। ਪੰਚ ਮਿਲੇ ਸੁਖ ਪਾਇਆ, ਸੋ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਦੀ ਭਾਵਨਾ ਹੈ, ਉਹਨਾਂ ਨੂੰ ਪਰਮੇਸ਼ਰ ਨੇ ਨਿਰਯਤਨ ਹੀ ਆਪਣੇ ਮੇਲ 'ਚ ਮਿਲਾ ਲਿਆ। ਇਉਂ ਜਿਹੜੇ ਪੰਜੇ ਤੱਤਾਂ ਦੀ ਧਾਰਨਾ ਨਾਲ ਮਿਲੇ ਨੇ, ਉਹਨਾਂ ਨੇ ਆਤਮਿਕ ਸੁੱਖ ਨੂੰ ਪਾ ਲਿਆ। ਜਾਂ ਜਿਹੜੇ ਸੰਤਾਂ ਮਹਾਤਮਾ ਦੀ ਸੰਗਤ 'ਚ ਮਿਲੇ ਨੇ, ਉਹਨਾਂ ਨੇ ਭਾਵ ਭਗਤੀ ਦਾ ਸੁੱਖ ਪਾਉਣਾ ਕੀਤਾ ਹੈ। ਜਾਂ ਜਿਹੜੇ ਚੇਤਨ ਦੇ ਨਾਲ ਮਿਲੇ ਹੋਏ ਨੇ, ਉਹਨਾਂ ਨੇ ਸੁੱਖ ਸਰੂਪ ਦੇ ਤਾਂ ਹੀ ਪਾਉਣਾ ਕੀਤਾ। ਜਾਂ ਜਿਹੜੇ ਮੁਖੀ ਪਰਮੇਸ਼ਰ ਸਾਰਿਆਂ ਥਾਂ ਵਿੱਚ ਵਿਆਪਕ ਹੈ, ਜਿਹੜੇ ਉਸ ਨਾਲ ਗੁਰਾਂ ਦੁਆਰਾ ਮਿਲੇ ਨੇ, ਉਹਨਾਂ ਨੇ ਆਤਮਿਕ ਸੁੱਖ ਨੂੰ ਪਾਉਣਾ ਕੀਤਾ ਹੈ। ਸਾਈ ਵਸਤ ਪ੍ਰਾਪਤ ਹੋਈ, ਉਹੀ ਆਤਮਿਕ ਆਨੰਦ ਸਰੂਪਾਨੰਦ ਵਾਲੀ ਵਸਤੂ ਪ੍ਰਾਪਤ ਹੋ ਗਈ ਹੈ। ਜਿਸ ਸੇਤੀ ਮਨ ਲਾਇਆ, ਜਿਸ ਸਰੂਪਾਨੰਦ ਦੀ ਪ੍ਰਾਪਤੀ ਵਾਸਤੇ ਸੰਤਾਂ ਭਗਤਾਂ ਦੀ ਸੰਗਤ ਨਾਲ ਚਿੱਤ ਲਾਉਣਾ ਕੀਤਾ ਸੀ। ਆਨ ਦਿਨ ਮੇਲ ਪਾਇਆ ਮਨ ਮਾਨਿਆ, ਜਦ ਪਰਮੇਸ਼ਰ ਦੇ ਮਨ ਮੰਨ ਗਿਆ, ਤਦੋਂ ਰਾਤ ਦਿਨ ਜਾਂ ਅਵਿਦਿਆ ਰੂਪ ਰਾਤ ਤੋਂ ਗਿਆਨ ਰੂਪ ਦਿਨ ਹੋਣ ਕਰਕੇ ਵਾਹਿਗੁਰੂ ਦੇ ਸਰੂਪ 'ਚ ਭੇਤਾ ਹੋਂ ਰੂਪ ਮੇਲ ਹੋ ਗਿਆ ਹੈ। ਘਰ ਮੰਦਰ ਸੁਹਾਏ, ਤਦੋਂ ਪਰਤਾ ਕੱਚੇ ਘਰ ਤੇ ਪੱਕੇ ਮੰਦਰ ਮਕਾਨ, ਜਾਂ ਘਰ ਹਿਰਦਾ ਤੇ ਸਰੀਰੂ ਮੰਦਰ ਸ਼ੋਭਨੀਕ ਹੋ ਗਏ। ਜਾਂ ਘਰ ਹਿਰਦੇ ਦੇ ਵਿੱਚ ਮੰਦਰ ਭਾਵ ਅਧਿਸ਼ਨਾਨ ਸਰੂਪ ਨੂੰ ਪਾ ਕੇ ਸ਼ੋਭਨੀਕ ਹੋ ਗਏ। ਜਾਂ ਜਿਨ੍ਹਾਂ ਨੂੰ ਸਰੂਪ ਘਰ ਦੀ ਪ੍ਰਾਪਤੀ ਹੋਈ ਹੈ, ਉਹ 10ਵੇਂ ਦੁਆਰੂ ਮੰਦਰ ਦੇ ਵਿੱਚ ਸ਼ੋਭਨੀਕ ਹੋ ਗਏ ਹਨ। ਪੰਜ ਸ਼ਬਦ ਧੁਨ ਅਨਹਦ ਵਾਜੇ, 10ਵੇਂ ਦੁਆਰ ਵਿੱਚ 5 ਸ਼ਬਦਾਂ ਦੇ ਇੱਕ ਰਸ ਧੁਨੀ ਦੇ ਵਾਜੇ ਵਜਾਏ। ਇਸੇ ਪ੍ਰਕਾਰ ਪੰਜ ਸ਼ਬਦ ਧੁਨ ਅਨਹਦ ਵਾਜੇ, ਸ੍ਰੇਸ਼ਟ ਵਾਹਿਗੁਰੂ ਸ਼ਬਦ ਦੀ ਧੁਨੀ ਦੇ ਵਾਜੇ ਹਿਰਦੇ ਵਿੱਚ ਇੱਕ ਰਸ ਵਜਾਏ। ਇਸੇ ਪ੍ਰਕਾਰ ਪੰਜ ਸ਼ਬਦ ਧੁਨ ਅਨਹਦ ਵਾਜੇ, ਬ੍ਰਹਮ ਦੀ ਪ੍ਰਾਪਤੀ ਕਰਾਉਣ ਵਾਲੇ ਪੰਜੇ ਸਤ ਸੰਦੋਖ ਦਇਆ ਧਰਮ ਵਿਚਾਰ ਆਦਿਕ ਧੁਨ ਸੁੰਦਰ ਸ਼ੁਭ ਗੁਣ ਇੱਕ ਰਸ ਪ੍ਰਗਟ ਹੋ ਗਏ।
ਇਸੇ ਪ੍ਰਕਾਰ ਪੰਜ ਸ਼ਬਦ ਧੁਨ ਅਨਾਦ ਬਾਜੇ ਜਦ ਚੇਤਨ ਬ੍ਰਹਮ ਦੇ ਸੁੰਦਰ ਸਰੂਪ ਦੀ ਪ੍ਰਾਪਤੀ ਵਾਲੇ ਇੱਕ ਰਸ ਬਾਜੇ ਪ੍ਰਗਟ ਹੋ ਗਏ। ਹਮ ਘਰ ਸਾਜਨ ਆਏ ਤਾਂ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਸੱਜਣ ਅਕਾਲ ਪੁਰਖ ਜੀ ਆ ਕੇ ਪ੍ਰਗਟ ਹੋ ਗਏ। ਭਾਵ ਸਰੂਪ ਦੀ ਸਗਿਆਤਾ ਹੋ ਗਈ। ਜਾਂ ਹਮ ਘਰ ਸਾਜਨ ਆਏ ਜਿਸ ਵੇਲੇ ਸਾਡੀ ਅੰਤਰਗਨ ਰੂਪੀ ਘਰ ਦੇ ਵਿੱਚ ਦੇਵੀ ਗੁਣ ਰੂਪ ਸੱਜਣ ਆ ਗਏ ਤਾਂ ਸਾਡੇ ਹਿਰਦੇ ਵਿੱਚ ਸ੍ਰੇਸ਼ਟ ਸਤਿਨਾਮ ਰੂਪ ਸ਼ਬਦਾਂ ਦੀ ਧੁਨੀ ਦੇ ਵਾਜੇ ਵਜਾਏ। ਆਬੂ ਮੀਤ ਪਿਆਰੇ ਇਹ ਮਨ ਬਾਣੀ ਸਰੀਰ ਕਰਕੇ ਪਿਆਰੇ ਮਿੱਤਰੋ ਆਉਣਾ ਕਰੋ। ਮੰਗਲ ਗਾਵਹੁ ਨਾਰੇ ਇਹ ਜਗਿਆਸੂ ਰੂਪ ਇਸਤਰੀਓ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮੰਗਲਾਂ ਨੂੰ ਗਾਉਣਾ ਕਰੋ। ਇਸੇ ਪ੍ਰਕਾਰ ਮੰਗਲ ਗਾਵਹੁ ਨਾਰੇ ਇਹ ਸਖੀਓ ਪਰਮੇਸ਼ਰ ਦੇ ਐਸੇ ਮੰਗਲ ਗਾਵੋ ਕਿ ਤੁਹਾਡੇ ਹਿਰਦੇ ਵਿੱਚ ਪ੍ਰੇਮ ਦੇ ਨਾਲੇ ਵਗਣ ਲੱਗ ਪੈਣ। ਇਸੇ ਪ੍ਰਕਾਰ ਮੰਗਲ ਗਾਵਹੁ ਨਾਰੇ ਉਹ ਪਰਮੇਸ਼ਰ ਨਾਲ ਹੀ ਹੈ, ਇਸ ਲਈ ਉਹਨੂੰ ਅੰਗ ਸੰਗ ਸਮਝ ਕੇ ਉਹਦੇ ਮੰਗਲ ਜਸ ਨੂੰ ਗਾਉਣਾ ਕਰੋ। ਸੱਚ ਮੰਗਲ ਗਾਵਹੁ ਤਾ ਪ੍ਰਭ ਭਾਵਹੁ ਜੇਕਰ ਸੱਚੇ ਦੇ ਜਸ ਨੂੰ ਗਾਉਣਾ ਕਰੋਗੀਆਂ ਤਾਂ ਹੀ ਪਤੀ ਪਰਮੇਸ਼ਰ ਨੂੰ ਭਾਵੋਗੀਆਂ। ਸੋਹਿ ਲੜਾ ਜੁਗ ਚਾਰੇ ਅਤੇ ਤੁਹਾਡਾ ਚੌਂ ਯੁੱਗਾਂ ਦੇ ਵਿੱਚ ਜਸ ਹੋਵੇਗਾ ਜਾਂ ਚੌਂ ਯੁੱਗਾਂ ਵਾਲੇ ਸੰਸਾਰ 'ਚ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ। ਜਾਂ ਜਦੋਂ ਚਾਰੇ ਵਿਰਾਗ ਵੇ ਖੜ ਸੰਧੀ ਮੋਖ ਸਾਧਕ ਸਾਧਨਾ ਦੇ ਯੁੱਗ ਭਾਵ ਸੰਯੁਕਤ ਹੋਵੋਗੀਆਂ ਜਾਂ ਸ਼੍ਰਵਣ ਮੰਨਣ ਦੇ ਆਸਨ ਦੇ ਤੱਤਾਂ ਦਾ ਸੰਸ਼ੋਧਨ ਇਹ ਚਾਰੇ ਜੁੜਨਗੇ ਤਾਂ ਤੁਹਾਨੂੰ ਤੁਰੀ ਅਵਸਥਾ ਦਾ ਆਨੰਦ ਪ੍ਰਾਪਤ ਹੋਵੇਗਾ। ਆਪਣਾ ਘਰ ਆਇਆ ਥਾਨ ਸੁਹਾਇਆ ਇਹ ਸਖੀਓ ਜਦ ਪਰਮੇਸ਼ਰ ਮੇਰੇ ਹਿਰਦੇ ਵਿੱਚ ਆਪਣਾ ਘਰ ਜਾਣ ਕੇ ਆ ਗਿਆ ਤੇ ਅੰਤਿਕ ਰੂਪੀ ਥਾਂ ਸ਼ੋਭਨੀਕ ਹੋ ਗਿਆ। ਇਸੇ ਪ੍ਰਕਾਰ ਆਪਣਾ ਘਰ ਆਇਆ ਥਾਨ ਸੁਹਾਇਆ ਜਦੋਂ ਆਪਣੇ ਘਰ ਸਤਸੰਗਤ ਵਿੱਚ ਆਇਆ ਤੇ ਅੰਤਿਕਰਨ ਸ਼ੋਭਨੀਕ ਹੋ ਗਿਆ। ਇਸੇ ਪ੍ਰਕਾਰ ਆਪਣਾ ਘਰ ਆਇਆ ਥਾਨ ਸੁਹਾਇਆ ਆਪਣੇ ਤੁਰਿਆ ਪਦ ਰੂਪੀ ਘਰ ਦੇ ਵਿੱਚ ਆਇਆ ਤਾਂ ਅੰਤਿਕਰਨ ਗਿਆਨ ਦੇ ਸਹਿਤ ਹੋ ਕੇ ਸ਼ੋਭਨੀਕ ਹੋ ਗਿਆ। ਕਾਰਜ ਸ਼ਬਦ ਸਵਾਰੇ ਅਤੇ ਜੋ ਜੀਵ ਈਸ਼ ਦੀ ਏਕਤਾ ਬ੍ਰਹਮ ਦੀ ਪ੍ਰਾਪਤੀ ਦਾ ਕਾਰਜ ਸੀ ਉਹ ਵੀ ਗੁਰਾਂ ਦੇ ਉਪਦੇਸ਼ ਦੁਆਰਾ ਸਵਾਰ ਲਿਆ ਹੈ। ਇਸੇ ਪ੍ਰਕਾਰ ਕਾਰਜ ਸ਼ਬਦ ਸਵਾਰੇ ਆਪਣਾ ਘਰ ਆਇਆ ਥਾਨ ਸੁਹਾਇਆ। ਜਦ ਸ਼ੋਭਨੀਕ ਸਾਧ ਸੰਗਤ ਰੂਪੀ ਅਸਥਾਨ ਵਿੱਚ ਆਇਆ ਤਾਂ ਆਪਣੇ ਘਰ ਅੰਤਰਮੁਖ ਬਿਰਤੀ ਹੋਈ ਅਤੇ ਫਿਰ ਕਾਰਜ ਸ਼ਬਦ ਸਵਾਰੇ ਆਪਣੇ ਸਰੂਪ ਦੇ ਵਿੱਚ ਪ੍ਰਾਪਤ ਹੋ ਕੇ ਗੁਰਾਂ ਦੇ ਉਪਦੇਸ਼ ਦੁਆਰਾ ਮੁਕਤੀ ਦਾ ਕਾਰਜ ਵੀ ਸੰਭਾਲ ਲਿਆ। ਗਿਆਨ ਮਹਾਰਸ ਨੇਤਰੀ ਅੰਜਨਾ ਜਦ ਵੱਡੇ ਆਨੰਦ ਭਾਵ ਬ੍ਰਹਮਾਨੰਦ ਵਾਲੇ ਪਰਮੇਸ਼ਰ ਦਾ ਗਿਆਨ ਰੂਪੀ ਸੁਰਮਾ ਪੂਰੇ ਗੁਰਾਂ ਨੇ ਜੁਗਤ ਰੂਪ ਸਲਾਈਆਂ ਨਾਲ ਮਨ ਬੁੱਧ ਰੂਪ ਨੇਤਰਾਂ ਦੇ ਵਿੱਚ ਪਾਇਆ ਤ੍ਰਿਭਾਵਨ ਰੂਪ ਦਿਖਾਇਆ ਤਾਂ ਤਿੰਨੇ ਭਾਵਨਾ ਵਿੱਚ ਇੱਕ ਬ੍ਰਹਮ ਰੂਪ ਹੀ ਦਿਖਾ ਦਿੱਤਾ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ ਆਤਮ ਪਸਾਰਾ ਕਰਨ ਹਰ ਪ੍ਰਭ ਬਿਨਾ ਨਹੀਂ ਜਾਣੀਐ। ਸਖੀ ਮਿਲਹੁ ਰਸ ਮੰਗਲ ਗਾਵਹੁ ਇਹ ਜਗਿਆ ਸਰੂਪ ਸਖੀ ਸਹੇਲੀਓ ਸਤ ਸੰਗਤ ਦੇ ਵਿੱਚ ਮਿਲ ਕੇ ਰਸ ਪ੍ਰੇਮ ਨਾਲ ਪਤੀ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੋ। ਹਮ ਘਰ ਸਾਜਨ ਆਇਆ
ਪ੍ਰਕਾਰ ਜਸ ਗਾਉਣੇ ਕਰਕੇ ਹੀ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਸੱਜਣ ਅਕਾਲ ਪੁਰਖ ਆ ਗਿਆ ਹੈ, ਭਾਵ ਆ ਕੇ ਪ੍ਰਾਪਤ ਹੋਇਆ ਹੈ, ਤੇ ਤੁਹਾਡੇ ਵੀ ਹਿਰਦੇ ਵਿੱਚ ਆ ਕੇ ਪ੍ਰਾਪਤ ਹੋਵੇਗਾ। ਇੱਥੇ ਸ਼ਬਦ ਦੀਆਂ 2 ਪੌੜੀਆਂ ਸੰਪੂਰਨ ਹੋਈਆਂ ਨੇ। ਦਾਸ ਪਾਸੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀ ਭੁੱਲ ਚੁੱਕ ਹੋਈ, ਕਿਰਪਾ ਕਰਕੇ ਮਾਫ ਕਰਨਾ ਕਿ ਦੋ ਸਮਤ ਬਖਸ਼ਨੇ। ਗਿਆਨ ਮਹਾਰਸ ਨੇਤਰੀ ਅੰਜਾਨਾ, ਤ੍ਰਿਭਾਵਨ ਰੂਪ ਦਿਖਾਇਆ। ਸਖੀ ਮਿਲਹੁ ਰਸ ਮੰਗਲ ਗਾਵਹੁ, ਹਮ ਘਰ ਸਾਜਨ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕੋ ਓੰਕਾਰ, ਸਤਿਗੁਰ ਪ੍ਰਸਾਦਿ ਆਨੰਦ ਭਇਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ। ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਦੂਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਗੱਲਾਂ ਸਮਰਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੈ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨ ਆਈ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਹੀ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਨ ਗਉ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਗੋ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪਾਇਆ, ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ ਸਲੋਕ। ਪਾਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤਾ। ਦਿਵਸ ਰਾਤ ਦੁਇ ਦਾਈ, ਦਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆਂ, ਵਾਚੈ ਧਰਮ ਦੂਰ। ਕਰਮੀ ਆਪੋ ਆਪਣੇ, ਕੇ ਨੇੜ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ। ਨਾਨਕ ਦੇ ਮੁਖ ਉਜਲੇ, ਖੇਤੀ ਛੁਟੀ ਨਾਲ। ਤੂੰ ਠਾਕੁਰ ਤੁਮ ਪੈਰਦਾ, ਜੀਉ ਮਿੰਡ ਸਭ